ਸਿੱਖ ਸਿਦਕ ਨਾ ਹਾਰੇ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਇਤਿਹਾਸ ਲਿਖਦੇ ਹੋਏ ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਸੰਨ 1628 ਦੇ ਅਖੀਰ ਵਿੱਚ ਜਲੰਧਰ ਦੇ ਫੌਜਦਾਰ ਨਾਲ ਦਰਿਆ ਬਿਆਸਾ ਦੇ ਕੰਢੇ 'ਤੇ ਲੜਾਈ ਹੋ ਚੁੱਕਣ ਪਿੱਛੋਂ ਜਦ ਸਤਿਗੁਰੂ ਜੀ ਅੰਮ੍ਰਿਤਸਰ ਆਏ ਤਾਂ ਝੱਬਦੇ ਹੀ ਬਾਬਾ ਅਟੱਲ ਸਾਹਿਬ ਜੀ ਦਾ ਦੇਹਾਂਤ ਹੋ ਗਿਆ। ਦੀਵਾਲੀ ਦਾ ਸਮਾਂ ਨੇੜੇ ਸੀ। ਦੂਰ ਨੇੜੇ ਦੇ ਇਲਾਕਿਆਂ ਦੇ ਮਸੰਦ ਸੰਗਤਾਂ ਸਮੇਤ ਸ੍ਰੀ ਅੰਮ੍ਰਿਤਸਰ ਆਉਣੇ ਸ਼ੁਰੂ ਹੋਏ। ਇੱਕ ਦਿਨ ਸਭਾ ਵਿੱਚ ਸਿਦਕ ਕਾਇਮ ਰੱਖਣ ਦਾ ਪ੍ਰਸੰਗ ਚੱਲਿਆ ਤਾਂ ਅਨੇਕਾਂ ਸਿੱਖਾਂ ਨੇ ਇਹ ਖਿਆਲ ਪ੍ਰਗਟ ਕੀਤਾ ਕਿ ਸਿਦਕ ਵਿੱਚ ਕਾਇਮ ਰਹਿਣਾ ਬੜੀ ਔਖੀ ਖੇਡ ਹੈ। ਸਬੱਬ ਨਾਲ ਭਾਈ ਗੁਰਦਾਸ ਜੀ ਵੀ ਉੱਥੇ ਹੀ ਬੈਠੇ ਸਨ। ਉਹਨਾਂ ਆਖਿਆ ਕਿ ਕੱਚੇ ਸਿੱਖਾਂ ਦਾ ਮਨ ਡੋਲਦਾ ਹੈ, ਪੱਕੇ ਸਿੱਖ ਨਹੀਂ ਡੋਲਦੇ। ਸਿੱਖ ਇਤਿਹਾਸ ਲਿਖਦਾ ਹੈ ਕਿ ਇਸ ਚਰਚਾ ਵਿੱਚ ਭਾਈ ਗੁਰਦਾਸ ਜੀ ਨੇ ਆਪਣੀ ਰਚੀ ਹੋਈ ਬਾਣੀ ਵਿੱਚੋਂ ਇਹ ਪੌੜੀ ਵੀ ਪੜ੍ਹੀ। ਜੇ ਮਾਂ ਹੋਵੇ ਜਾਰਨੀ, ਕਿਉਂ ਪੁੱਤ ਪਤਾਰੇ, ਗਾਈ ਮਾਣਕ ਨਿਕਲਿਆ, ਪੇਟ ਪਾੜ ਨਾ ਮਾਰੇ। ਜੇ ਫਿਰ ਬਹੁ ਕਰ ਹੰਡਣਾ, ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ, ਚਾਕਰ ਵੇਚਾਰੇ। ਜੇ ਮਦ ਪੀਤਾ ਬਾਹਮਣੀ, ਲੱਖ ਲੱਜਣ ਸਾਰੇ। ਜੇ ਗੁਰ ਸਾਂਗ ਵਰਤਦਾ, ਸਿੱਖ ਸਿਦਕ ਨਾ ਹਾਰੇ। ਸਿੱਖ ਇਤਿਹਾਸ ਦੱਸਦਾ ਹੈ ਕਿ ਭਾਈ ਗੁਰਦਾਸ ਜੀ ਦੇ ਇਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰਿਆ ਕਿ ਭਾਈ ਗੁਰਦਾਸ ਜੀ ਦੇ ਮਨ ਵਿੱਚ ਆਪਣੇ ਸੱਚਾ ਸਿਦਕੀ ਹੋਣ ਦਾ ਭਾਰੀ ਅਭਿਮਾਨ ਹੈ, ਸੋ ਚੰਗਾ ਨਹੀਂ। ਅਸੀਂ ਸਿੱਖਾਂ ਨੂੰ ਤਾਰਨਾ ਚਾਹੁੰਦੇ ਹਾਂ ਤਾਂ ਤੇ ਭਾਈ ਗੁਰਦਾਸ ਜੀ ਦਾ ਅਹੰਕਾਰ ਦੂਰ ਕਰਨਾ ਚਾਹੀਦਾ ਹੈ, ਨਾਲੇ ਪਰਖਿਆ ਵੀ ਜਾਊ। ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, 15 ਕੁ ਦਿਨਾਂ ਪਿੱਛੋਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਆਖਿਆ, ਤੁਸੀਂ ਮਾਇਆ ਲੈ ਜਾਓ, ਪਰਗਨੇ ਕਾਬਲ ਦੇ ਚੰਗੇ ਘੋੜੇ ਬੇਐਬ ਲਿਆਓ। ਇਹ ਹੁਕਮ ਸੁਣ ਕੇ ਭਾਈ ਜੀ ਨੇ ਖੁਸ਼ ਹੋ ਕੇ ਜਾਣ ਦੀ ਤਿਆਰੀ ਕਰ ਲਈ ਅਤੇ ਮਨ ਵਿੱਚ ਇਹ ਵੀ ਹੰਕਾਰ ਹੋਇਆ ਕਿ ਮੈਥੋਂ ਅਧਿਕ ਮੋਹਤਬਰ ਹੋਰ ਕੋਈ ਸਿੱਖ ਨਹੀਂ। ਗੁਰੂ ਜੀ ਨੇ 50,000 ਦੀਆਂ ਮੋਹਰਾਂ ਖੱਚਰ ਲਦਾ ਕੇ ਭਾਈ ਜੀ ਨੂੰ ਸੌਂਪ ਕੇ ਹੁਕਮ ਦਿੱਤਾ ਕਿ ਚੰਗੇ ਬੇਐਬ ਘੋੜੇ ਪਹਿਲਾਂ ਸਾਡੇ ਪਾਸ ਪਸੰਦ ਕਰਨ ਲਈ ਭੇਜ ਦੇਣੇ। ਹੁਕਮ ਪਹੁੰਚੇ ਤੇ ਰੁਪਏ ਧਾਰਨੇ। ਭਾਈ ਜੀ ਦੇ ਨਾਲ ਮੁਨਸ਼ੀ ਦੁਨੀ ਚੰਦ ਪਸ਼ੌਰੀ ਅਤੇ ਭਾਈ ਹਰਾ ਕਾਬਲੀ ਤੋਰੇ। ਭਾਈ ਜੀ ਪਸ਼ੌਰੇ ਤੁਰ ਕੇ ਕਾਬਲ ਪਹੁੰਚ ਕੇ ਸ਼ਹਿਰੋਂ ਬਾਹਰ ਤੰਬੂ ਲਵਾ ਕੇ ਉੱਤਰ ਪਏ। ਭਾਈ ਜੀ ਨੇ ਸੁਦਾਗਰਾਂ ਤੋਂ ਚੰਗੇ ਚੰਗੇ ਘੋੜੇ ਇਸ ਸ਼ਰਤਪੁਰ ਖਰੀਦ ਕੇ ਅੰਮ੍ਰਿਤਸਰ ਨੂੰ ਤੋਰ ਦਿੱਤੇ ਕਿ ਗੁਰੂ ਸਾਹਿਬ ਦੇ ਪਸੰਦ ਕਰਨੇ ਪਰ ਕੀਮਤ ਦਿੱਤੀ ਜਾਊ। ਜਦੋਂ ਹੁਕਮ ਆਇਆ ਤੇ ਭਾਈ ਜੀ ਸੁਦਾਗਰਾਂ ਨੂੰ ਬਾਹਰ ਬਿਠਾ ਕੇ ਘੋੜਿਆਂ ਦਾ ਮੁੱਲ ਦੇਣ ਲਈ ਅੰਦਰ ਅਸ਼ਰਫੀਆਂ ਲੈਣ ਗਏ। ਹਰ ਪੇਟੀ ਖੋਲ੍ਹੀ ਤਾਂ ਭਾਈ ਜੀ ਨੂੰ ਅਜਿਹੀ ਭਰਮਚਿੱਤੀ ਲੱਗੀ ਜੋ ਠੀਕੀਆਂ ਨਜ਼ਰ ਆਈਆਂ। ਹੁਣ ਸੋਚਿਆ, ਗੁਰੂ ਜੀ ਨੇ ਮੇਰੇ ਨਾਲ ਦਗਾ ਮਖੌਲ ਕੀਤਾ ਜਾਂ ਰਾਹ ਵਿੱਚ ਕਿਸੇ ਸਿੱਖ ਨੇ ਇਹ ਫਰੇਬ ਦੀ ਚੋਰੀ ਕਰ ਲਈ। ਹੁਣ ਮੈਂ ਜੇ ਇੱਥੇ ਠਹਿਰਿਆ ਤਾਂ ਫੜਿਆ ਮਾਰਿਆ ਜਾਵਾਂਗਾ। ਭਾਈ ਜੀ ਐਸਾ ਬੇਸਿਦਕਾ ਤੇ ਹੈਰਾਨ ਹੋਇਆ ਕਿ ਤੰਬੂ ਪਾੜ ਕੇ ਪਿੱਛੋਂ ਦੀ ਨੱਸ ਤੁਰਿਆ। ਨਾਲੇ ਨੱਸੇ ਤੇ ਨਾਲੇ ਪਿਛਾਂਹ ਨੂੰ ਦੇਖੇ ਕਿ ਮਤੇ ਕੋਈ ਪਿੱਛੋਂ ਆ ਫੜੇ। ਗੁਰੂ ਜੀ ਤੋਂ ਡਰਦਾ ਨੇੜੇ ਕਿਤੇ ਨਾ ਅਟਕਿਆ, ਕਾਂਛੀ ਜਾ ਠਹਿਰਿਆ। ਇੱਧਰ ਜਦ ਭਾਈ ਜੀ ਅੰਦਰੋਂ ਬਾਹਰ ਨਾ ਆਇਆ ਤਾਂ ਬਹੁਤ ਚਿਰ ਪਿੱਛੋਂ ਦਲਾਲ ਨੇ ਅੰਦਰ ਵੜ ਕੇ ਭਾਈ ਨੂੰ ਗੁੰਮ ਹੋਇਆ ਤੇ ਮੋਹਰਾਂ ਦੀ ਪੇਟੀ ਖੁੱਲ੍ਹੀ ਪਈ ਵੇਖੀ। ਉਸ ਨੇ ਦੁਨੀ ਚੰਦ ਨੂੰ ਬੁਲਾ ਕੇ ਦੌਲਤ ਸੌਂਪੀ ਤੇ ਘੋੜਿਆਂ ਦੀ ਕੀਮਤ ਦਵਾ ਦਿੱਤੀ। ਸਿੱਖ ਇਤਿਹਾਸ ਲਿਖਦਾ ਹੈ ਕਿ ਭਾਈ ਗੁਰਦਾਸ ਜੀ 5 ਮਹੀਨੇ ਕਾਂਸ਼ੀ ਰਹੇ। ਉੱਥੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਸਤਿਗੁਰੂ ਜੀ ਨੇ ਹੁਕਮਨਾਮਾ ਭੇਜ ਕੇ ਉਹਨਾਂ ਨੂੰ ਕਾਂਸ਼ੀ ਤੋਂ ਮੰਗਵਾਇਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭਾਈ ਸਾਹਿਬ ਜੀ ਨੂੰ ਗੁਰੂ ਜੀ ਦੇਖ ਕੇ ਅੰਦਰੋਂ ਤਾਂ ਬੜੇ ਰਾਜ਼ੀ ਹੋਏ, ਪਰ ਉੱਪਰੋਂ ਕੁਛ ਰਿਸ ਕਰ ਰਿਹਾ। ਵਾਹ ਭਾਈ, ਅੱਛੇ ਘੋੜੇ ਖਰੀਦੇ। ਗੁਰੂ ਘਰ ਦਾ ਪਦਾਰਥ ਸੁੰਨਾ ਛੱਡ ਕੇ ਨੱਠ ਤੁਰੇ, ਨੁਕਸਾਨ ਹੋਣਾ ਨਾ ਸੋਚਿਆ। ਜੇ ਕਾਂਸ਼ੀ ਜਾਣਾ ਸੀ ਤਾਂ ਘੋੜੇ ਲੈਣ ਨਾ ਜਾਂਦੇ। ਭਾਈ ਜੀ ਨੇ ਆਖਿਆ, ਸੱਚੇ ਸਾਹਿਬਾ, ਤੇਰੀਆਂ ਤੂੰ ਹੀ ਜਾਣੇ, ਤੂੰ ਸਰਬ ਸ਼ਕਤੀਵਾਨ ਈਸ਼ਵਰ ਹੈ। ਅਸੀਂ ਤੇਰੇ ਕੀਤੇ ਹੋਏ ਜੰਤ ਤੇਰੀ ਲੀਲਾ ਨੂੰ ਨਹੀਂ ਜਾਣ ਸਕਦੇ। ਤੂੰ ਬਖਸ਼ੇ ਤਾਂ ਬਖਸ਼ੇ ਜਾ ਸਕਦੇ ਹਾਂ। ਇਹ ਬਚਨ ਸੁਣ ਕੇ ਗੁਰੂ ਜੀ ਨੇ ਛੇਤੀ ਨਾਲ ਉੱਠ ਕੇ
ਧੰਨ ਸਿੱਖੀ ਕਹਿੰਦੇ ਹੋਏ ਆਪ ਮੁਸ਼ਕਾਂ ਖੋਲ੍ਹ ਕੇ ਭਾਈ ਜੀ ਨੂੰ ਪੁੰਜਾਂ ਵਿੱਚ ਭਰ ਕੇ ਆਪਣੇ ਪਾਸ ਬਿਠਾ ਲਿਆ। ਭਾਈ ਜੀ ਨੇ ਚਰਨਾਂ ਪਰ ਮੱਥਾ ਟੇਕਿਆ। ਗੁਰੂ ਜੀ ਨੇ ਫਿਰ ਹੱਸ ਕੇ ਆਖਿਆ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਭਾਈ, ਕਾਬਲੋਂ ਨੱਸਣ ਦੇ ਸਮੇਂ ਇਹ ਆਪਣੀ ਆਖਣੀ ਆਪ ਤੇ ਕਿਉਂ ਨਾ ਕਮਾਈ। ਭਾਈ ਜੀ ਨੇ ਅਰਜ਼ ਕੀਤੀ, ਜੇ ਵਾੜ ਖੇਤ ਨੂੰ ਉਜਾੜਨਾ ਚਾਹੇ ਤਾਂ ਕੌਣ ਬਚਾ ਸਕਦਾ ਹੈ। ਉਸ ਉੱਤਰ ਵਾਲੀ ਸਾਰੀ ਪੌੜੀ ਇਉਂ ਹੈ, ਜੇ ਮਾਂ ਪੁੱਤੈ ਵਿਸਦੇ ਤਿਸ ਤੇ ਕੌਣ ਪਿਆਰਾ। ਜੇ ਘਰ ਭੰਨੇ ਪਾਹਰੂ ਕੌਣ ਰੱਖਣ ਹਾਰਾ। ਬੇੜੀ ਡੋਬੈ ਪਾਤਣੀ ਕੌਣ ਪਾਰ ਉਤਾਰਾ। ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ। ਜੇਕਰ ਖੇਤੇ ਖਾਏ ਵਾੜ ਕੋ ਲਹੇ ਨਾ ਸਾਰਾ। ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਪਹਿਲਾ ਅਸਰ। ਕਿਤਨੀ ਦਿਲ ਹਿਲਾ ਦੇਣ ਵਾਲੀ ਤਸਵੀਰ ਹੈ। ਜਿਸ ਭਾਈ ਗੁਰਦਾਸ ਜੀ ਨੂੰ ਸਿੱਖ ਇਤਿਹਾਸ ਦਾ ਪਾਠਕ ਇਤਨਾ ਉੱਚਾ ਵਿਦਵਾਨ ਤੇ ਉੱਚੇ ਜੀਵਨ ਵਾਲਾ ਸਿੱਖ ਸਮਝਦਾ ਆ ਰਿਹਾ ਸੀ, ਉਸ ਦੀ ਇਤਨੀ ਦੀਨ ਦਸ਼ਾ ਇੱਥੇ ਵੇਖ ਕੇ ਉਹ ਕੰਬ ਉੱਠਦਾ ਹੈ। ਡੂੰਘੇ ਪਾਠਕ ਨੂੰ ਇਉਂ ਵੀ ਜਾਪਣ ਲੱਗ ਪੈਂਦਾ ਹੈ ਕਿ ਭਾਈ ਗੁਰਦਾਸ ਜੀ ਦੀ ਇਤਨੀ ਹੇਠੀ ਕਰਨ ਲਈ ਇਸ ਸਾਖੀ ਵਿੱਚ ਕੋਈ ਖਾਸ ਉਚੇਚ ਕੀਤਾ ਗਿਆ ਹੈ। ਉਹਨਾਂ ਦੇ ਕਾਫਲੇ ਦੇ ਦੂਜੇ ਸਾਥੀ ਭਾਈ ਦੁਨੀ ਚੰਦ ਦੀ ਉੱਚੀ ਸ਼ਰਧਾ ਦਾ ਨਕਸ਼ਾ ਖਿੱਚਣ ਲਈ ਦੱਸਿਆ ਗਿਆ ਹੈ ਕਿ ਜਦੋਂ ਕਾਫਲਾ ਪਿਸ਼ੌਰ ਅੱਪੜਿਆ ਤਾਂ ਉਸ ਦੇ ਪਿੰਡ ਤੋਂ, ਜੋ ਪਿਸ਼ੌਰ ਤੋਂ 7 ਮੀਲਾਂ 'ਤੇ ਸੀ, ਖਬਰ ਆਈ ਕਿ ਉਸ ਦੀ ਵਹੁਟੀ ਬਿਮਾਰ ਪੈ ਜਾਣ ਕਰਕੇ ਹੁਣ ਉਮਰ ਦੇ ਅਖੀਰਲੇ ਸਾਹ ਲੈ ਰਹੀ ਹੈ। ਪਰ ਦੁਨੀ ਚੰਦ ਡੋਲਿਆ ਨਹੀਂ, ਘਰ ਵੱਲ ਨਹੀਂ ਪਰਤਿਆ। ਗੁਰੂ ਕੇ ਸੌਂਪੇ ਕੰਮ 'ਤੇ ਹੀ ਪਿਸ਼ੌਰੋਂ ਚੱਲ ਪਿਆ। ਅਗਲੇ ਦਿਨ ਖਬਰ ਆਈ ਕਿ ਉਸ ਦੇ ਇਕਲੌਤੇ ਪੁੱਤਰ ਨੂੰ ਪਠਾਣਾਂ ਨੇ ਕਤਲ ਕਰ ਦਿੱਤਾ ਹੈ ਤੇ ਦੁਨੀ ਚੰਦ ਦੀ ਵਹੁਟੀ ਹੌਕਿਆਂ ਨਾਲ ਮਰ ਗਈ ਹੈ। ਭਾਈ ਦੁਨੀ ਚੰਦ ਫਿਰ ਵੀ ਨਹੀਂ ਡੋਲਿਆ। ਕਾਫਲੇ ਦੇ ਨਾਲ ਕਾਬਲ ਜਾ ਪਹੁੰਚਾ। ਵਾਪਸੀ 'ਤੇ ਪਿਸ਼ੌਰ ਆ ਕੇ ਫਿਰ ਖਬਰ ਮਿਲੀ ਕਿ ਚੋਰਾਂ ਨੇ ਉਸ ਦਾ ਘਰ ਲੁੱਟ ਲਿਆ ਹੈ। ਇੱਕ ਚੋਰ ਫੜਿਆ ਵੀ ਗਿਆ ਹੈ। ਜੇ ਭਾਈ ਦੁਨੀ ਚੰਦ ਆਪ ਪਿੰਡ ਪਹੁੰਚ ਕੇ ਉਦਮ ਕਰੇ ਤਾਂ ਮਾਲ ਬਰਾਮਦ ਹੋ ਸਕਦਾ ਹੈ। ਪਰ ਭਾਈ ਦੁਨੀ ਚੰਦ ਫਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਡੋਲੇ। ਦੋਹਾਂ ਦੇ ਜੀਵਨ ਵਿੱਚ ਕਿਤਨਾ ਭਾਰਾ ਫਰਕ ਹੈ। ਹੈਰਾਨਗੀ। ਭਾਈ ਗੁਰਦਾਸ ਜੀ ਨੂੰ ਸਾਰਾ ਸਿੱਖ ਜਹਾਨ ਜਾਣਦਾ ਹੈ। ਦੁਨੀ ਚੰਦ ਦਾ ਕਦੇ ਕਿਸੇ ਨਾਂ ਨਹੀਂ ਸੁਣਿਆ, ਪਰ ਇਸ ਸਾਖੀ ਦੇ ਲਿਖਾਰੀ ਨੇ ਕਲਮ ਦੀ ਇੱਕੋ ਝਰੀਟ ਨਾਲ ਇਤਨੇ ਉੱਚ ਕੋਟੀ ਦੇ ਸਿੱਖ ਨੂੰ ਮੂੰਹ ਭਾਰ ਡੇਗ ਦਿੱਤਾ ਹੈ ਅਤੇ ਇੱਕ ਅਣਜਾਤੇ ਅਣਪਛਾਤੇ ਸਿੱਖ ਨੂੰ ਆਕਾਸ਼ ਉੱਤੇ ਚੜ੍ਹਾ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਖਰੀਦਣ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ। ਇਹ ਜ਼ਿੰਮੇਵਾਰੀ ਮਿਲਦਿਆਂ ਸਾਰ ਭਾਈ ਸਾਹਿਬ ਨੂੰ ਅਹੰਕਾਰ ਹੋ ਗਿਆ ਕਿ ਮੈਨੂੰ ਸਾਰੇ ਸਿੱਖਾਂ ਵਿੱਚ ਕਿੱਡਾ ਮੂਤਬਰ ਮੰਨਿਆ ਗਿਆ ਕਿ ਭਾਈ ਗੁਰਦਾਸ ਜੀ ਉਸੇ ਵੇਲੇ ਸਿੱਖਾਂ ਵਿੱਚ ਟਰਾਂ ਮਾਰਨ ਲੱਗ ਪਏ ਸਨ। ਨਹੀਂ ਤਾਂ ਸਾਖੀ ਘੜਨਹਾਰੇ ਨੂੰ ਭਾਈ ਸਾਹਿਬ ਦੇ ਮਨ ਦੀ ਇਹ ਡੂੰਘੀ ਗੱਲ ਕੌਣ ਦੱਸ ਗਿਆ ਸੀ। ਕਾਬਲ ਅੱਪੜ ਕੇ ਭਾਈ ਗੁਰਦਾਸ ਜੀ ਨੂੰ ਅਸ਼ਰਫੀਆਂ ਦੇ ਥਾਂ ਠੀਕਰੀਆਂ ਦਿਸਣ ਲੱਗ ਪਈਆਂ। ਇਹ ਤਾਂ ਸਾਖੀ ਅਨੁਸਾਰ ਗੁਰੂ ਕੀ ਮਾਇਆ ਦਾ ਅਸਰ ਪ੍ਰਭਾਵ ਸੀ, ਪਰ ਕੀ ਭਾਈ ਦੁਨੀ ਚੰਦ ਦੀ ਸ਼ਰਧਾ ਨੂੰ ਉੱਘਾ ਕਰਨ ਲਈ ਉਸ ਦਾ ਘਰ ਘਾਟ ਉਜਾੜਨ ਵਾਲਾ ਸਾਂਗ ਵੀ ਗੁਰੂ ਕੀ ਮਾਇਆ ਦਾ ਹੀ ਕ੍ਰਿਸ਼ਮਾ ਸੀ। ਮਾਇਕ ਜ਼ਿੰਮੇਵਾਰੀਆਂ। ਸਿੱਖ ਇਤਿਹਾਸ ਦੱਸਦਾ ਹੈ ਕਿ ਅੰਮ੍ਰਿਤ ਸਰੋਵਰ ਬਣਾਉਣ ਵਾਸਤੇ ਮਾਇਆ ਲੋੜਾਂ ਪੂਰੀਆਂ ਕਰਨ ਦੀ ਖਾਤਰ ਦੂਰ ਦੁਰਾਡੇ ਵਸਦੇ ਸਿੱਖਾਂ ਤੋਂ ਮਾਇਆ ਇਕੱਠੀ ਕਰਨ ਲਈ ਗੁਰੂ ਰਾਮਦਾਸ ਜੀ ਨੇ ਮਸੰਦ ਥਾਪੇ ਸਨ। ਜਿੱਥੇ ਪੈਸੇ ਦਾ ਮਾਮਲਾ ਹੁੰਦਾ, ਕਈ ਗਬਨ ਵੀ ਹੋਣ ਲੱਗ ਪਏ ਸਨ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ। ਇਸ ਪਏਮਾਨਗੀ ਨੂੰ ਰੋਕਣ ਲਈ ਗੁਰੂ ਅਰਜਨ ਸਾਹਿਬ ਨੇ ਦਸਵੰਧ ਮਰਜ਼ਾਦਾ ਬੱਧੀ। ਅੰਮ੍ਰਿਤਸਰ ਮਾਇਆ ਅਪਣਾਉਣ ਲਈ ਦੀਵਾਲੀ ਵਿਸਾਖੀ ਦੇ ਸਮੇਂ ਮੁਕਰਰ ਕੀਤੇ। ਵਹੀਆਂ ਉੱਤੇ ਹਿਸਾਬ ਲਿਖਣ ਦੀ ਆਗਿਆ ਕੀਤੀ। ਇਲਾਕਿਆਂ ਦੇ ਪੈਂਚ ਮਸੰਦਾਂ ਦੇ ਨਾਲ ਆ ਕੇ ਤਸੱਲੀ ਕਰ ਲੈਂਦੇ ਸਨ ਕਿ ਕੋਈ ਮਸੰਦ ਕਿਤੇ ਕੋਈ ਬੇਈਮਾਨੀ ਨਹੀਂ ਕਰਦਾ। ਇਸ ਬੇਅੰਤ ਆਰੀ ਮਾਇਆ ਦਾ ਠੀਕ ਹਿਸਾਬ ਰੱਖਣ ਲਈ ਕੇਂਦਰੀ ਖਜ਼ਾਨੇ ਵਿੱਚ ਵੀ ਖਜ਼ਾਨਚੀ ਹੋਣਗੇ। ਉਹ ਵੀ ਆਮਦਨ ਤੇ ਖਰਚ ਦਾ ਪੂਰਾ ਹਿਸਾਬ ਰੱਖਦੇ ਹੋਣਗੇ। ਸਿੱਖ ਇਤਿਹਾਸ ਆਖਦਾ ਹੈ ਕਿ ਭਾਈ ਗੁਰਦਾਸ ਜੀ ਨੂੰ ਗੁਰੂ ਕੇ ਖਜ਼ਾਨੇ ਵਿੱਚੋਂ 50,000 ਰੁਪਏ ਦੀਆਂ ਮੋਹਰਾਂ ਦਿੱਤੀਆਂ ਗਈਆਂ। ਇਹ ਕੋਈ ਛੋਟੀ ਮੋਟੀ ਰਕਮ ਨਹੀਂ ਸੀ। ਖਜ਼ਾਨਚੀ ਨੇ ਗਿਣ ਗਿਣਾ ਕੇ ਦਿੱਤੀ ਹੋਵੇਗੀ। ਭਾਈ ਗੁਰਦਾਸ ਜੀ ਤੋਂ ਇਤਨੀ ਭਾਰੀ ਰਕਮ ਦੀ ਰਸੀਦ ਵੀ ਲਈ ਹੋਵੇਗੀ। ਭਾਈ ਗੁਰਦਾਸ ਜੀ ਨੇ ਵੀ ਰਕਮ ਪਰਖ ਕੇ ਤਸੱਲੀ ਕਰਕੇ ਹੀ ਰਸੀਦ ਦਿੱਤੀ ਹੋਵੇਗੀ।
ਉਹਨਾਂ ਵਾਪਸ ਆ ਕੇ ਵੀ ਖਰਚ ਦਾ ਸਾਰਾ ਹਿਸਾਬ ਦੇਣਾ ਸੀ। ਦਗਾ ਮਖੌਲ ਕਿ ਚੋਰੀ। ਸਿੱਖ ਇਤਿਹਾਸ ਲਿਖਦਾ ਹੈ ਕਿ ਕਾਬਲ ਘੋੜਿਆਂ ਦਾ ਮੁੱਲ ਤਾਰਨ ਲੱਗਿਆਂ ਜਦੋਂ ਭਾਈ ਗੁਰਦਾਸ ਜੀ ਨੇ ਤੰਬੂ ਵਿੱਚ ਜਾ ਕੇ ਪੇਟੀਆਂ ਖੋਲ੍ਹੀਆਂ ਤਾਂ ਉਹਨਾਂ ਨੂੰ ਮੋਹਰੀ ਦੇ ਥਾਂ ਠੀਕਰੀਆਂ ਦਿਸੀਆਂ। ਤਦੋਂ ਉਹਨੂੰ ਸੋਚਿਆ ਕਿ ਗੁਰੂ ਜੀ ਨੇ ਮੇਰੇ ਨਾਲ ਦਗਾ ਮਖੌਲ ਕੀਤਾ ਜਾਂ ਰਾਹ ਵਿੱਚ ਕਿਸੇ ਸਿੱਖ ਨੇ ਇਹ ਫਰੇਬ ਦੀ ਚੋਰੀ ਕਰ ਲਈ। ਅਸੀਂ ਵੇਖ ਚੁੱਕੇ ਹਾਂ ਕਿ ਪੰਥ ਦੀ ਜਥੇਬੰਦ ਉਸਾਰੀ ਕਰਨ ਵਾਲੇ ਸਤਿਗੁਰੂ ਜੀ ਨੇ ਸਿੱਖਾਂ ਵੱਲੋਂ ਆ ਰਹੀ ਮਾਇਆ ਨੂੰ ਗਬਨ ਤੋਂ ਬਚਾਉਣ ਲਈ ਪੂਰਾ ਪ੍ਰਬੰਧ ਕੀਤਾ ਸੀ। ਨਿਰੇ ਮਸੰਦ ਹੀ ਵਹੀ ਖਾਤੇ ਦਾ ਹਿਸਾਬ ਠੀਕ ਨਹੀਂ ਰੱਖਦੇ ਸਨ। ਕੇਂਦਰੀ ਖਜ਼ਾਨੇ ਦੇ ਖਜ਼ਾਨਚੀਆਂ ਨੂੰ ਵੀ ਇਹੀ ਹਦਾਇਤ ਜ਼ਰੂਰੀ ਸੀ। 50,000 ਰੁਪਏ ਦੀ ਇਤਨੀ ਵੱਡੀ ਰਕਮ ਨਾ ਹੀ ਖਜ਼ਾਨਚੀ ਬੇਥਵੇ ਨਾਲ ਦੇ ਸਕਦੇ ਸਨ, ਨਾ ਹੀ ਭਾਈ ਗੁਰਦਾਸ ਜੀ ਆਪਣੀ ਪੂਰੀ ਤਸੱਲੀ ਕਰਨ ਤੋਂ ਬਿਨਾਂ ਉਸ ਨੂੰ 50,000 ਦੀ ਰਸੀਦ ਦੇ ਸਕਦੇ ਹਨ। ਜੇ ਕਾਬਲ ਮੁੱਲ ਤਾਰਨ ਵੇਲੇ ਭਾਈ ਗੁਰਦਾਸ ਜੀ ਨੂੰ ਮੋਹਰਾਂ ਦੇ ਥਾਂ ਠੀਕਰੀਆਂ ਦਿਸੀਆਂ ਸਨ ਤਾਂ ਉਸ ਵਿੱਚ ਸਤਿਗੁਰੂ ਜੀ ਵੱਲੋਂ ਕਿਸੇ ਦਗੇ ਮਖੌਲ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਭਾਈ ਗੁਰਦਾਸ ਜੀ ਆਪਣੀ ਹੱਥੀਂ ਸਾਰੀ ਰਕਮ ਖਜ਼ਾਨਚੀ ਤੋਂ ਗਿਣ ਗੱਟ ਕੇ ਲੈ ਕੇ ਕਿਸੇ ਵੀ ਜਾਇਜ਼ ਤਰੀਕੇ ਨਾਲ ਕਿਸੇ ਦਗੇ ਮਖੌਲ ਦਾ ਗਿਲਾ ਆਪਣੇ ਗੁਰੂ ਪਾਤਸ਼ਾਹ ਉੱਤੇ ਨਹੀਂ ਕਰ ਸਕਦੇ ਸਨ। ਇਹ ਕਿਸੇ ਲਿਖਾਰੀ ਦੇ ਕੁਚੱਜੇ ਦਿਮਾਗ ਦੀ ਕਲਪਨਾ ਹੀ ਹੋ ਸਕਦੀ ਹੈ। ਅੰਮ੍ਰਿਤਸਰ ਤੋਂ ਕਾਬਲ ਸੈਂਕੜੇ ਮੀਲਾਂ ਦੀ ਵਿੱਥ 'ਤੇ ਹੈ। 50,000 ਦੀ ਰਕਮ ਦੀ ਰਾਖੀ ਵੀ ਉਚੇਚਾ ਪ੍ਰਬੰਧ ਲੋੜਦੀ ਸੀ। ਅਫਗਾਨਿਸਤਾਨ ਤੇ ਪੰਜਾਬ ਦੇ ਵਿਚਕਾਰਲੇ ਪਹਾੜੀ ਇਲਾਕੇ ਵਿੱਚੋਂ ਇਕੱਲੇ ਦੁਕੱਲੇ ਦੀ ਲਾਂਘ ਵੀ ਨਹੀਂ ਹੋ ਸਕਦੀ। ਵਪਾਰੀ ਲੋਕ ਕਾਫਲੇ ਦੀ ਸ਼ਕਲ ਵਿੱਚ ਹੀ ਜਾ ਸਕਦੇ ਸਨ ਤੇ ਜਾਇਆ ਕਰਦੇ ਸਨ। ਭਾਈ ਗੁਰਦਾਸ ਜੀ ਦਾ ਵੀ ਆਪਣਾ ਕਾਫਲਾ ਸੀ। ਅੰਮ੍ਰਿਤਸਰ ਤੋਂ ਕਾਬਲ ਤੱਕ 1-2 ਦਿਨਾਂ ਦਾ ਪੈਂਡਾ ਨਹੀਂ ਸੀ, ਢੇਰ ਚਿਰ ਲੱਗਣਾ ਸੀ। ਸਾਰੇ ਕਾਫਲੇ ਦੇ ਰਾਹ ਦਾ ਖਰਚ ਵੀ ਭਾਈ ਗੁਰਦਾਸ ਜੀ ਨੇ ਹੀ ਪੂਰਾ ਕੀਤਾ ਸੀ। ਸੋ ਉਹਨਾਂ ਨੂੰ ਪੱਕਾ ਪਤਾ ਸੀ ਕਿ ਉਹ ਰੁਪਏ ਤੇ ਮੋਹਰਾਂ ਲੈ ਕੇ ਤੁਰੇ ਹਨ, ਠੀਕਰੀਆਂ ਨਹੀਂ। ਸਿੱਖਾਂ ਉੱਤੇ ਕਿਸੇ ਫਰੇਬ ਜਾਂ ਚੋਰੀ ਦਾ ਇਲਜ਼ਾਮ ਵੀ ਨਹੀਂ ਲਾਇਆ ਜਾ ਸਕਦਾ ਸੀ। ਰਸਤੇ ਵਿੱਚ ਕਿਸੇ ਦੁਰਘਟਨਾ ਦਾ ਜ਼ਿਕਰ ਕਿਸੇ ਇਤਿਹਾਸਕਾਰ ਨੇ ਨਹੀਂ ਕੀਤਾ। ਕਾਫਲੇ ਦਾ ਕੋਈ ਵੀ ਸਿੱਖ ਰਾਹ ਵਿੱਚ ਖਿਸਕਦਾ ਨਹੀਂ ਦਿਸਿਆ। ਸਗੋਂ ਦੁਨੀ ਚੰਦ ਬਾਰੇ ਤਾਂ ਇਹ ਲਿਖਿਆ ਗਿਆ ਕਿ ਉਹ ਆਪਣਾ ਸਾਰਾ ਘਰ ਘਾਟ ਉਜੜਨ ਦੀ ਖਬਰ ਸੁਣ ਕੇ ਵੀ ਗੁਰੂ ਕੀ ਸੌਂਪੀ ਸੇਵਾ ਤੋਂ ਲਾਂਭੀ ਨਹੀਂ ਹੋਇਆ। ਜਿਹੜਾ ਸਿੱਖ ਇਤਨੀ ਕੁਰਬਾਨੀ ਕਰ ਸਕਦਾ ਹੈ ਉਹ ਗੁਰੂ ਦੇ ਖਜ਼ਾਨੇ ਦੀ ਇਤਨੀ ਰਕਮ ਦੀ ਰਾਖੀ ਵੱਲੋਂ ਵੀ ਅਵੇਸਲਾ ਨਹੀਂ ਹੋ ਸਕਦਾ ਸੀ। ਫਰੇਬ ਦੀ ਚੋਰੀ ਵੀ ਲਿਖਾਰੀ ਦੀ ਕੋਈ ਮਨੋ ਘਾੜਤ ਹੈ। ਭਾਈ ਗੁਰਦਾਸ ਜੀ ਇਹ ਮਿੱਥ ਵੀ ਨਹੀਂ ਸਕਦੇ ਸਨ। ਤੰਬੂ ਕਾਫਲੇ ਪਾਸ ਕਈ ਤੰਬੂ ਹੋਣਗੇ। ਇਤਨੇ ਲੰਬੇ ਸਫ਼ਰ ਦੀਆਂ ਔਖਿਆਈਆਂ ਦਾ ਧਿਆਨ ਰੱਖ ਕੇ ਤੰਬੂ ਵੀ ਸਫ਼ਰੀ ਹੀ ਹੋਣਗੇ, ਜਿਨ੍ਹਾਂ ਦਾ ਆਕਾਰ ਸਧਾਰਨ ਜਿਹਾ ਹੋਵੇ, ਜੋ ਆਸਾਨੀ ਨਾਲ ਲੱਦ ਕੇ ਲੈ ਜਾਇਆ ਜਾ ਸਕਣ। ਇਤਿਹਾਸ ਲਿਖਦਾ ਹੈ ਕਿ ਘੋੜਿਆਂ ਦੇ ਮਾਲਕਾਂ ਨੂੰ ਰਕਮ ਦੇਣ ਲਈ ਭਾਈ ਗੁਰਦਾਸ ਜੀ ਆਪਣੇ ਤੰਬੂ ਵਿੱਚ ਗਏ। ਜੇ ਮੋਹਰਾਂ ਦੀਆਂ ਪੇਟੀਆਂ ਤੰਬੂ ਦੇ ਦੂਜੇ ਸਿਰੇ 'ਤੇ ਵੀ ਪਈਆਂ ਸਨ ਤਾਂ ਵੀ ਉੱਥੋਂ ਤੱਕ ਤੁਰ ਕੇ ਅੱਪੜਨ ਲਈ ਵੱਧ ਤੋਂ ਵੱਧ ਅੱਧਾ ਮਿੰਟ ਹੀ ਲੱਗ ਸਕਦਾ ਸੀ। ਪੇਟੀਆਂ ਦੇ ਜੰਦਰੇ ਖੋਲ੍ਹ ਕੇ ਥੈਲੀਆਂ ਬਾਹਰ ਲਿਆਉਣ ਲਈ ਤੁਸੀਂ 2, 3, 4, 5 ਮਿੰਟ ਮਿਥ ਲਵੋ। ਸਾਖੀ ਆਖਦੀ ਹੈ ਕਿ ਕਾਫੀ ਚਿਰ ਉਡੀਕਣ 'ਤੇ ਵੀ ਜਦੋਂ ਭਾਈ ਗੁਰਦਾਸ ਜੀ ਬਾਹਰ ਨਾ ਆਏ ਤਾਂ ਦਲਾਲ ਅੰਦਰ ਗਿਆ ਕਿ ਤੰਬੂ ਦੇ ਦਰਵਾਜ਼ੇ ਅੱਗੇ ਸਿੱਖਾਂ ਤੇ ਵਪਾਰੀਆਂ ਨੂੰ ਤੰਬੂ ਦੇ ਅੰਦਰ ਬਾਹਰ ਬੈਠੇ ਭਾਈ ਗੁਰਦਾਸ ਜੀ ਦਿਸਦੇ ਨਹੀਂ ਸਨ। ਦਲਾਲ ਦਾ ਕੀ ਕੰਮ ਸੀ ਕਿ ਬੇਗਾਨੇ ਤੰਬੂ ਵਿੱਚ ਵੜਦਾ। ਇਹ ਜ਼ਿੰਮੇਵਾਰੀ ਭਾਈ ਦੁਨੀ ਚੰਦ ਦੀ ਹੋ ਸਕਦੀ ਸੀ। ਲਿਖਾਰੀ ਕੁਝ ਖੁੰਝ ਗਿਆ ਜਾਪਦਾ ਹੈ। ਖੈਰ, ਤੰਬੂ ਦਾ ਪਿਛਲਾ ਪਾਸਾ ਪਾਟਾ ਹੋਇਆ ਸੀ। ਭਾਈ ਗੁਰਦਾਸ ਜੀ ਗਾਇਬ ਸਨ ਤੇ ਮੋਹਰਾਂ ਖੁੱਲ੍ਹੀਆਂ ਪਈਆਂ ਸਨ। ਦਲਾਲ ਵੀ ਕੋਈ ਬੜਾ ਹੀ ਸਿਆਣਾ ਬੰਦਾ ਹੋਵੇਗਾ। ਉਸ ਨੂੰ ਰਤਾ ਵੀ ਫੁਰਨਾ ਨਾ ਫੁਰਿਆ ਕਿ ਮੈਂ ਤੰਬੂ ਦੇ ਮੁਗਾਰੇ ਵਿੱਚੋਂ ਦੀ ਝਾਤੀ ਮਾਰ ਕੇ ਵੇਖਾਂ ਜੋ ਭਾਈ ਗੁਰਦਾਸ ਜੀ ਕਿੱਥੇ ਤੇ ਕਿਤਨੀ ਕੁ ਦੂਰ ਚਲਾ ਗਿਆ ਹੈ। ਇਹ ਘਟਨਾ ਕੋਈ ਸਧਾਰਨ ਜਿਹੀ ਨਹੀਂ ਸੀ ਕਿ ਕਾਫਲੇ ਦਾ ਕੋਈ ਵੀ ਸਿੱਖ ਆਪਣੇ ਜਥੇਦਾਰ ਅਤੇ ਕੌਮ ਦੇ ਇਤਨੇ ਉੱਚ ਕੋਟੀ ਦੇ ਵਿਦਵਾਨ ਦੀ ਭਾਲ ਵਾਸਤੇ ਦੌੜ ਭੱਜ ਨਾ ਕਰਦਾ। ਪਰਦੇਸ ਦਾ ਮਾਮਲਾ ਸੀ ਤੇ ਭਾਈ ਗੁਰਦਾਸ ਜੀ ਦੀ ਜ਼ਿੰਦਗੀ ਸਿੱਖ ਪੰਥ ਲਈ ਬੇਹੱਦ ਕੀਮਤੀ ਸੀ। ਭਾਈ ਗੁਰਦਾਸ ਜੀ ਦੀ ਉਮਰ ਆਮ ਅੰਦਾਜ਼ਾ ਇਹ ਹੈ ਕਿ ਭਾਈ ਗੁਰਦਾਸ ਜੀ ਦਾ ਜਨਮ ਸਨ 1551 ਤੋਂ ਪਿੱਛੋਂ ਦਾ ਨਹੀਂ ਹੈ।
ਭਾਈ ਗੁਰਦਾਸ ਜੀ ਦੀ ਸਿਦਕੋਂ ਡੋਲਣ ਵਾਲੀ ਸਾਖੀ ਦਾ ਮੁੱਢ ਲਿਖਾਰੀਆਂ ਨੇ ਸਨ 1628 ਦੇ ਅਕਤੂਬਰ ਨਵੰਬਰ ਤੋਂ ਬੱਧਾ ਹੈ। ਇਸ ਹਿਸਾਬ ਨਾਲ ਭਾਈ ਸਾਹਿਬ ਦੀ ਉਮਰ ਉਸ ਵੇਲੇ ਘੱਟ ਤੋਂ ਘੱਟ 77 ਸਾਲ ਸੀ। ਇਤਨੀ ਵਡੇਰੀ ਉਮਰ ਦਾ ਬਜ਼ੁਰਗ ਤੰਬੂ ਦਾ ਪਿਛਲਾ ਪਾਸਾ ਪਾੜ ਕੇ 5-7-10 ਮਿੰਟਾਂ ਵਿੱਚ ਕਿਤਨੀ ਕੁ ਦੂਰ ਜਾ ਸਕਦਾ ਸੀ। ਕਾਫਲੇ ਦੇ ਸਾਰੇ ਹੀ ਸਾਥੀ ਪੁੱਗੀ ਹੋਈ ਉਮਰ ਦੇ ਨਹੀਂ ਹੋ ਸਕਦੇ ਸਨ। 50,000 ਰੁਪਏ ਦੀ ਭਾਰੀ ਰਕਮ ਦੀ ਰਾਖੀ ਲਈ ਗੱਭਰੂ ਜਵਾਨ ਵੀ ਹੋਣਗੇ ਕਿ ਕਿਸੇ ਗੱਭਰੂ ਨੇ ਵੀ 77 ਸਾਲਾਂ ਦੇ ਬੁੱਢੇ ਭਾਈ ਗੁਰਦਾਸ ਜੀ ਨੂੰ ਦੌੜ ਕੇ ਪਿੱਛਾ ਕਰਕੇ ਲੱਭਣ ਦਾ ਯਤਨ ਨਹੀਂ ਕੀਤਾ ਹੋਵੇਗਾ। ਕਿਤਨੀ ਹਾਸੋਹੀਣੀ ਮਿੱਥ ਸਾਨੂੰ 150 ਸਾਲਾਂ ਤੋਂ ਸੁਣਾਈ ਜਾ ਰਹੀ ਹੈ। ਵਾਪਸੀ ਦਾ ਸਫ਼ਰ। ਪੇਟੀਆਂ ਖੋਲ੍ਹਣ 'ਤੇ ਜਦੋਂ ਅਸ਼ਰਫੀਆਂ ਦੇ ਥਾਂ ਠੀਕਰੀਆਂ ਨਿਕਲੀਆਂ ਤਾਂ ਇਹ ਕੁਦਰਤੀ ਗੱਲ ਸੀ ਕਿ ਇਤਨੀ ਭਾਰੀ ਰਕਮ ਦੇ ਜ਼ਿੰਮੇਵਾਰ ਦੇ ਹੱਥਾਂ ਦੇ ਤੋਤੇ ਉੱਡ ਜਾਣ। ਇਤਿਹਾਸ ਆਖਦਾ ਹੈ ਕਿ ਭਾਈ ਗੁਰਦਾਸ ਜੀ ਨੂੰ ਹੱਥ ਪੈਰ ਪੈ ਗਏ। ਉਹ ਜੀ ਭਿਆਣੇ ਤੰਬੂ ਪਾੜ ਕੇ ਵਾਹੋ ਦਾਹੀ ਉੱਠ ਨੱਠੇ। ਇਤਨੀ ਘਬਰਾਹਟ ਸਮੇਂ ਇਹ ਨਹੀਂ ਹੋ ਸਕਦਾ ਸੀ ਕਿ ਭਾਈ ਗੁਰਦਾਸ ਜੀ ਨੂੰ ਸੈਂਕੜੇ ਮੀਲਾਂ ਦੇ ਸਫ਼ਰ ਲਈ ਕੁਛ ਮਾਇਆ ਪੱਲੇ ਬੰਨ੍ਹਣ ਦੀ ਸੁੱਝ ਸਕਦੀ ਤੇ ਲੈਂਦੇ ਵੀ ਕਿੱਥੋਂ। ਉੱਥੇ ਤਾਂ ਠੀਕਰੀਆਂ ਪਈਆਂ ਸਨ। ਮੁੜਦੀ ਵਾਰੀ ਉਹਨਾਂ ਪਾਸ ਕੋਈ ਘੋੜਾ ਖੱਚਰ ਵੀ ਨਹੀਂ ਸੀ। ਬੁੱਢੇ ਹੱਡ ਤੇ ਸੈਂਕੜੇ ਮੀਲਾਂ ਦਾ ਪੈਦਲ ਪੈਂਡਾ। ਅੰਮ੍ਰਿਤਸਰ ਅੱਪਣ ਲਈ ਕਈ ਮਹੀਨੇ ਲੱਗਣੇ ਸਨ, ਪਰ ਉਹ ਤਾਂ ਕਾਂਛੀ ਜਾ ਪਹੁੰਚੇ ਕਿ ਰਸਤੇ ਵਿੱਚ ਖਾਣ ਪੀਣ ਦੀ ਕੋਈ ਲੋੜ ਨਹੀਂ ਪਈ ਹੋਵੇਗੀ। ਸਾਖੀਕਾਰ ਨੂੰ ਅਜੇ ਇੱਕ ਹੋਰ ਗੱਲ ਨਹੀਂ ਸੁੱਝੀ। ਪਿਸ਼ੌਰੋਂ ਪਾਰਲੇ ਸਰਹੱਦੀ ਪਹਾੜੀ ਦਰਿਆ ਵਿੱਚ ਦੀ ਕੋਈ ਇਕੱਲਾ ਦੁਕੱਲਾ ਤਾਂ ਲੰਘ ਹੀ ਨਹੀਂ ਸਕਦਾ। ਭਾਈ ਗੁਰਦਾਸ ਜੀ ਕਿਵੇਂ ਲੰਘ ਗਏ? ਪੱਲਿਓਂ ਖਾਲੀ, ਬੁੱਢੇ ਹੱਡ, ਬਿਖੜੇ ਪੈਂਡੇ, ਸਰਹੱਦੀ ਰੁਕਾਵਟਾਂ, ਸੈਂਕੜੇ ਕੋਹਾਂ ਦਾ ਪੈਦਲ ਸਫ਼ਰ। ਵਾਹ ਸਾਖੀਕਾਰ ਜੀ! ਨਵੀਂ ਇਤਿਹਾਸਕ ਖੋਜ। ਮਾਸਕ ਪੱਤਰ ਪੰਜਾਬੀ ਦੁਨੀਆ ਦਾ ਮਾਰਚ ਅਪ੍ਰੈਲ 1952 ਦਾ ਪਰਚਾ ਭਾਈ ਗੁਰਦਾਸ ਅੰਕ ਹੈ। ਉਸ ਤੋਂ ਅਗਲੇ ਮਈ ਦੇ ਪਰਚੇ ਵਿੱਚ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਭਾਈ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਲੇਖ ਛਪਿਆ ਹੋਇਆ ਹੈ। ਘੋੜਿਆਂ ਦੀ ਸਾਖੀ ਬਾਰੇ ਉਸ ਲੇਖ ਦੀ ਨਵੀਂ ਇਤਿਹਾਸਕ ਖੋਜ ਪਾਠਕਾਂ ਦੇ ਸਾਹਮਣੇ ਰੱਖੀ ਜਾਣੀ ਜ਼ਰੂਰੀ ਹੈ। ਪੰਚਮ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਨੂੰ ਹਰ ਪਹਿਲੂ ਤੋਂ ਉੱਨਤ ਤੇ ਬਾਰੌਣਕ ਬਣਾਉਣ ਲਈ ਵਿਸਾਖੀ ਤੇ ਦੀਵਾਲੀ ਦੇ ਮੌਕੇ ਹੁੰਦੇ ਸਿੱਖ ਸਮਾਗਮਾਂ ਪਰ ਘੋੜਿਆਂ ਅਤੇ ਪਸ਼ੂਆਂ ਦੀਆਂ ਮੰਡੀਆਂ ਲਾਉਣ ਦੀ ਰੀਤ ਵੀ ਤੋਰ ਦਿੱਤੀ ਸੀ। ਹੁਣ ਇਹਨਾਂ ਮੰਡੀਆਂ ਵਿੱਚ ਖਰੀਦੋ ਫਰੋਖਤ ਕਰਨ ਵਾਸਤੇ ਦੂਰੋਂ ਦੂਰੋਂ ਸੁਦਾਗਰ ਆਉਣ ਲੱਗ ਪਏ ਸਨ। ਸੰਮਤ 1686 ਦੀ ਦੀਵਾਲੀਪੁਰ ਅਰਬ, ਇਰਾਕ ਤੇ ਗੁਜਰਾਤ, ਕਾਠੀਆਵਾੜ ਆਦਿ ਵਲੈਤਾਂ ਤੋਂ ਵਧੀਆ ਨਸਲਾਂ ਦੇ ਘੋੜੇ ਮੰਡੀ ਵਿੱਚ ਆਏ। ਉਹਨਾਂ ਵਿੱਚੋਂ ਸਤਿਗੁਰੂ ਜੀ ਨੇ ਵੀ ਚੁਣ ਚੁਣ ਕੇ ਖਰੀਦੇ। ਮੰਡੀ ਦਾ ਮੁੱਖ ਪ੍ਰਬੰਧਕ ਗੁਰੂ ਜੀ ਦਾ ਮੁਨਸ਼ੀ ਦੁਨੀ ਚੰਦ ਸੀ। ਉਸ ਨੇ ਪਸੰਦ ਕੀਤੇ ਘੋੜੇ ਗੁਰੂ ਕੇ ਤਬੇਲੇ ਪਹੁੰਚਾ ਦਿੱਤੇ। ਸਾਂਝ ਸਮੇਂ ਸਾਹਿਬ ਨੇ ਭਾਈ ਸਾਹਿਬ ਗੁਰਦਾਸ ਜੀ ਨੂੰ ਹੁਕਮ ਦਿੱਤਾ ਕਿ ਖਜ਼ਾਨਚੀ ਪਾਸੋਂ ਮਾਇਆ ਲੈ ਕੇ ਸੁਦਾਗਰਾਂ ਨੂੰ ਦੇ ਆਓ। ਭਾਈ ਸਾਹਿਬ ਧਨ ਦੇ ਬਦਲੇ ਲੈ ਕੇ ਮੁਨਸ਼ੀ ਦੁਨੀ ਚੰਦ ਦੇ ਡੇਰੇ ਪਹੁੰਚ ਗਏ। ਲਹਿਣੇਦਾਰਾਂ ਤੇ ਦਲਾਲਾਂ ਨੂੰ ਬੁਲਾ ਕੇ ਤੰਬੂਓਂ ਬਾਹਰ ਬਿਠਾ ਦਿੱਤਾ ਗਿਆ ਤੇ ਭਾਈ ਗੁਰਦਾਸ ਜੀ ਰਕਮ ਗਿਣਨ ਵਾਸਤੇ ਤੰਬੂ ਦੇ ਅੰਦਰ ਗਏ। ਥੈਲੀਆਂ ਖੋਲ੍ਹ ਕੇ ਵੇਂਦੇ ਹਨ। ਸਭਨਾਂ ਵਿੱਚ ਮੋਹਰਾਂ ਤੇ ਰੁਪਇਆਂ ਦੇ ਥਾਂ ਠੀਕਰੀਆਂ ਪਈਆਂ ਹਨ। ਖਜ਼ਾਨਚੀ ਦੀ ਬੇਈਮਾਨੀ ਸਮਝ ਕੇ ਘਬਰਾ ਗਏ। ਉਹ ਭਾਈ ਗੁਰਦਾਸ ਜੋ ਸਤਿਗੁਰਾਂ ਦੇ ਲੰਬੇ ਵਿਛੋੜੇ ਸਮੇਂ ਮਾਤਾ ਕੌਲਾਂ ਬਾਰੇ ਭਰਮ ਭੁਲੇਖਿਆਂ ਦੇ ਉੱਠੇ ਤੂਫਾਨ ਵਿੱਚ ਪਰਬਤ ਸਮਾਨ ਅਡੋਲ ਤੇ ਅਚਲ ਰਹੇ ਸਨ ਤੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਉਪਦੇਸ਼ ਕਰ ਕਰਕੇ ਪ੍ਰਚਾਰਿਆ ਕਰਦੇ ਸਨ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਉਹ ਅੱਜ ਆਪ ਡੋਲ ਖਲੋਤੇ। ਭਰਮ ਪੈ ਗਿਆ ਕਿ ਗੁਰੂ ਕੇ ਖਜ਼ਾਨਚੀ ਨੇ ਬੁੱਢੇ ਬਾਰੇ ਮੇਰੇ ਨਾਲ ਠੱਗੀ ਕੀਤੀ ਹੈ। ਹੁਣ ਬਾਹਰ ਜਾ ਕੇ ਦਲਾਲਾਂ ਤੇ ਸੁਦਾਗਰਾਂ ਨੂੰ ਕੀ ਮੂੰਹ ਵਿਖਾਵਾਂਗਾ? ਗੁਰੂ ਜੀ ਦੇ ਸਾਹਮਣੇ ਕਿਸ ਮੂੰਹ ਨਾਲ ਜਾਵਾਂਗਾ? ਇਸ ਦੁਬਿਧਾ ਨੇ ਭਾਈ ਜੀ ਨੂੰ ਇੰਨਾ ਭਰਮਾਇਆ ਕਿ ਤੰਬੂ ਦੀ ਪਿਛੋਕੜ ਪਾੜ ਕੇ ਨੱਸ ਜਾਣਾ ਹੀ ਮੁਨਾਸਬ ਜਾਤਾ। ਪਿਛਾਂਹ ਹੀ ਨਿਕਲ ਗਏ। ਸਿੱਖ ਸੇਵਕਾਂ ਤੇ ਲਹਿਣੇਦਾਰਾਂ ਬੜਾ ਚਿਰ ਉਡੀਕਿਆ। ਓੜਕ ਭਾਈ ਦੁਨੀ ਚੰਦ ਅੰਦਰ ਗਿਆ। ਕੀ ਵੇਖੇ, ਬਦਰੇ ਤਾਂ ਖੁੱਲ੍ਹੇ ਪਏ ਹਨ, ਪਰ ਗੁਰਦਾਸ ਜੀ ਗਾਇਬ ਹਨ। ਮੁਨਸ਼ੀ ਜੀ ਨੇ ਸੋਚ ਸਾਚ ਕੇ ਰਕਮਾਂ ਗਿਣ ਕੇ ਲਹਿਣੇਦਾਰਾਂ ਦੇ ਪੱਲੇ ਪਾਈਆਂ
ਤੇ ਭਾਈ ਸਾਹਿਬ ਦੀ ਭੇਦ ਭਰੀ ਗੁੰਮਸ਼ੁਦਗੀ ਦੀ ਰਿਪੋਰਟ ਸਤਿਗੁਰਾਂ ਤੱਕ ਪਹੁੰਚਾਈ। ਸਾਹਿਬਾਂ ਤਾਂ ਇਹ ਭਾਣਾ ਭਾਈ ਜੀ ਦੇ ਅੰਦਰ ਆਪਣੇ ਸਨਮੁਖ ਸਿੱਖ ਹੋਣ ਦੇ ਸੂਖਮ ਜਿਹੇ ਅਭਿਮਾਨ ਦੀ ਪੁੰਗਾਰ ਟੋਹ ਕੇ ਉਸ ਦੇ ਇਲਾਜ ਹਿਤ ਜਾਣ ਕੇ ਹੀ ਵਰਤਾਇਆ ਸੀ। ਗੱਲ ਸੁਣ ਕੇ ਮੁਸਕਰਾਏ ਪਰ ਚੁੱਪ ਰਹੇ। ਸਿੱਖਾਂ ਵਿੱਚ ਭਾਈ ਸਾਹਿਬ ਦੇ ਇਸ ਕਰਮ ਪਰ ਭਾਂਤ ਭਾਂਤ ਦੀ ਦੰਦ ਕਥਾ ਹੋਣ ਲੱਗ ਪਈ। ਹਰ ਭਾਈ ਜੀ ਰਾਤ ਦੇ ਹਨੇਰੇ ਓਲੇ ਸਿਆਣੂ ਗਿਆਨੂਆਂ ਤੋਂ ਲੁਕ ਕੇ ਬਚਦੇ ਬਿਆਸਾ ਲੰਘ ਗਏ ਅਤੇ ਰਵਾਂ ਰਵੀ ਮੰਜ਼ਲਾਂ ਮਾਰਦੇ ਦੂਰ ਪੂਰਬ ਵਿੱਚ ਕਾਂਚੀ ਅੱਪੜ ਗਏ। ਭਾਈ ਸਾਹਿਬ 4 ਕੁ ਮਹੀਨੇ ਕਾਂਚੀ ਬਿਰਾਜੇ। ਪੁਰਾਣਾ ਨਾਟਕ ਪਰ ਨਵੀਂ ਰੰਗ ਭੂਮੀ। ਪਾਠਕਾਂ ਨੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਲਿਖੀ ਇਹ ਸਾਖੀ ਵੀ ਪੜ੍ਹ ਲਈ ਹੈ। ਭਾਈ ਗੁਰਦਾਸ ਜੀ ਦੀ ਹੇਠੀ ਕਰਨ ਵਾਲਾ ਨਾਟਕ ਉਹੀ ਹੈ, ਸਿਰਫ ਰੰਗ ਭੂਮੀ ਵਟਾਈ ਗਈ ਹੈ ਕਾਬਲ ਤੋਂ ਅੰਮ੍ਰਿਤਸਰ। ਪਰ ਇਹ ਭਾਜੜ ਕਿਉਂ? ਕਾਬਲੋਂ ਨੱਠਣ ਦਾ ਤਾਂ ਕੋਈ ਜਾਇਜ਼ ਕਾਰਨ ਹੋ ਸਕਦਾ ਸੀ। ਭਾਈ ਗੁਰਦਾਸ ਜੀ ਨੇ ਸੋਚਿਆ ਹੋਵੇਗਾ ਕਿ ਘੋੜੇ ਅੰਮ੍ਰਿਤਸਰ ਪਹੁੰਚ ਗਏ ਹਨ, ਹੁਣ ਰਕਮ ਤਾਰਨ ਲਈ ਕੋਈ ਪੈਸਾ ਨਹੀਂ, ਇਹ ਲੋਕ ਸਾਨੂੰ ਮਾਰ ਮੁਕਾਉਣਗੇ। ਗਿਆਨੀ ਗਿਆਨ ਸਿੰਘ ਲਿਖਦਾ ਵੀ ਹੈ, ਉਸ ਘਬਰਾਹਟ ਵਿੱਚ ਭਾਈ ਗੁਰਦਾਸ ਜੀ ਦੇ ਮਨ ਵਿੱਚ ਆਈ ਕਿ ਹੁਣ ਮੈਂ ਜੇ ਇੱਥੇ ਠਹਿਰਿਆ ਤਾਂ ਫੜਿਆ ਮਾਰਿਆ ਜਾਵਾਂਗਾ। ਉਂਝ ਉਹ ਕਹਾਣੀ ਘੜਨ ਵਾਲੇ ਦੀ ਨੀਚਤਾ ਕਮਾਲ ਦਰਜੇ 'ਤੇ ਪਹੁੰਚ ਗਈ ਹੈ ਕਿ ਇਤਨੇ ਉੱਚੇ ਗੁਰਮੁਖ ਸਿੱਖ ਨੂੰ ਕਿਤਨਾ ਹਾਸੋਹੀਣਾ ਵਿਖਾਉਣ ਦਾ ਯਤਨ ਕੀਤਾ ਹੈ। 77 ਸਾਲਾਂ ਦਾ ਬਿਰਧ ਗੁਰਸਿੱਖ, ਦੁਨੀਆ ਵਿੱਚ ਖਾ ਹੰਢਾ ਮੁੱਕਿਆ ਬਜ਼ੁਰਗ, ਕੋਈ ਧੀ ਪੁੱਤ ਵਹੁਟੀ ਉਹਦੇ ਪਿੱਛੇ ਉਸ ਖੁਣੋਂ ਰੋਣ ਰੁਲਣ ਵਾਲਾ ਨਹੀਂ। ਅਜਿਹੇ ਸੱਜਣ ਨੂੰ ਸਿਰਫ ਆਪਣੀ ਜਿੰਦ ਬਚਾਉਣ ਦੀ ਖਾਤਰ ਆਪਣੇ ਸਾਥੀਆਂ ਦੇ ਬਚਾਅ ਦਾ ਕੋਈ ਖਿਆਲ ਨਾ ਆਵੇ। ਭਾਈ ਜੀ ਦੀ ਇਹ ਪੁੱਜ ਕੇ ਤੋਹੀਨ ਕੀਤੀ ਗਈ ਹੈ। ਪਰ ਅਸੀਂ ਹੁਣ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਲਿਖੀ ਸਾਖੀ ਵੱਲ ਪਰਤੀਏ। ਭਾਈ ਗੁਰਦਾਸ ਜੀ ਨੂੰ ਅੰਮ੍ਰਿਤਸਰ ਤੋਂ ਰਾਤੋਂ ਰਾਤ ਨੱਠਣ ਦੀ ਕਿਉਂ ਲੋੜ ਪੈ ਸਕਦੀ ਸੀ? ਜੇ ਖਜ਼ਾਨਚੀ ਨੇ ਬੇਈਮਾਨੀ ਕੀਤੀ ਸੀ ਤਾਂ ਭਾਈ ਗੁਰਦਾਸ ਜੀ ਦਾ ਸਗੋਂ ਫਰਜ਼ ਬਣਦਾ ਸੀ ਕਿ ਗੁਰੂ ਕੇ ਖਜ਼ਾਨੇ ਵਿੱਚ ਬੇਈਮਾਨੀ ਕਰਨ ਵਾਲੇ ਦੀ ਸ਼ਿਕਾਇਤ ਗੁਰੂ ਜੀ ਪਾਸ ਕਰਦੇ। ਇਹ ਕੋਈ ਨਹੀਂ ਮੰਨ ਸਕਦਾ ਕਿ ਭਾਈ ਗੁਰਦਾਸ ਜੀ ਹੀ ਗੁੰਮ ਕਰ ਗਏ ਹਨ। ਫਿਰ ਅੰਮ੍ਰਿਤਸਰ ਵਿੱਚ ਭਾਈ ਗੁਰਦਾਸ ਜੀ ਦੀ ਜਾਨ ਨੂੰ ਵੀ ਕੋਈ ਖਤਰਾ ਨਹੀਂ ਸੀ। ਠੱਗੇ ਜਾਣ ਵਿੱਚ ਸ਼ਰਮਿੰਦਗੀ ਕਾਹਦੀ ਹੋ ਸਕਦੀ ਹੈ? ਸ਼ਰਮਿੰਦਗੀ ਵਾਲੇ ਕੱਚੇ ਖਿਆਲ ਕਿਸੇ ਅਲੜ ਉਮਰ ਨੂੰ ਭਾਵੇਂ ਕੁਰਾਏ ਪਾ ਸਕਣ, ਭਾਈ ਗੁਰਦਾਸ ਜੀ ਵਰਗੇ ਮੰਨੇ ਪਰਮੰਨੇ ਸਿਆਣੇ ਮਨੁੱਖ ਨੂੰ ਇਤਨਾ ਨਹੀਂ ਉਖੇੜ ਸਕਦੇ ਸਨ ਕਿ ਸਾਫ਼ ਦਿਲ ਹੁੰਦੇ ਹੋਏ ਵੀ ਸਤਿਗੁਰ ਦੇ ਸਾਹਮਣੇ ਆਉਣ ਤੋਂ ਝਕਣ। ਰਾਤੋਂ ਰਾਤ ਬਿਆਸਾ ਲੰਘਣਾ। ਇਸ ਲੇਖਕ ਅਨੁਸਾਰ ਭਾਈ ਗੁਰਦਾਸ ਜੀ ਦੀ ਉਮਰ ਉਸ ਵੇਲੇ 78 ਸਾਲ ਸੀ। ਅੰਮ੍ਰਿਤਸਰ ਤੋਂ ਬਿਆਸਾ 27 ਮੀਲਾਂ 'ਤੇ ਹੈ। ਇਤਨੀ ਵਡੇਰੀ ਉਮਰ ਦਾ ਬਿਰਧ ਮਨੁੱਖ ਰਾਤੋਂ ਰਾਤ 27 ਮੀਲ ਪੈਂਡਾ ਕਰ ਸਕੇ। ਪਾਠਕ ਇਹ ਨਿਰਣਾ ਕਿਸੇ ਇਸ ਉਮਰ ਦੇ ਬਿਰਧ ਪਾਸੋਂ ਪੁੱਛ ਕੇ ਕਰ ਲੈਣ। ਫਿਰ ਉਹ ਬਿਰਧ ਹੋਵੇ ਵੀ ਸਾਰੀ ਉਮਰ ਕਲਮ ਚਲਾਉਣ ਵਾਲਾ ਹੀ। ਰਾਤੋਂ ਰਾਤ ਬਿਆਸਾ ਤੋਂ ਪਾਰ ਹੋਣਾ ਹੋਰ ਗੱਲੋਂ ਵੀ ਕਠਿਨ ਸੀ। ਦਰਿਆਵਾਂ ਵਿੱਚ ਬੇੜੀਆਂ ਰਾਤ ਨੂੰ ਨਹੀਂ ਪਿਆ ਕਰਦੀਆਂ। ਖੈਰ, ਥੈਲੀਆਂ। ਬਹੁਤੇ ਪਾਠਕ ਜਾਣਦੇ ਹੋਣਗੇ ਕਿ ਖਜ਼ਾਨਿਆਂ ਦੇ ਰੁਪਏ ਸਾਂਭਣ ਵਾਲੀਆਂ ਥੈਲੀਆਂ ਜਾਂ ਬਦਰੇ ਸੂਤਰ ਦੀ ਪੱਕੀ ਵਟਵੀਂ ਡੋਰੀ ਦੇ ਹੁੰਦੇ ਸਨ। ਡੋਰੀ ਦੀਆਂ ਵਿਰਲਾਂ ਵਿੱਚੋਂ ਦੀ ਹੀ ਥੈਲੀ ਵਿੱਚ ਪਏ ਰੁਪਏ ਦਿਸ ਪੈਂਦੇ ਸਨ। ਜਦੋਂ ਥੈਲੀ ਨੂੰ ਚੁੱਕੀਏ, ਥੈਲੀ ਵਿੱਚ ਪਏ ਰੁਪਇਆਂ ਦੀ ਛਣਕ ਸਾਫ਼ ਪਈ ਸੁਣਦੀ ਹੈ। ਖਜ਼ਾਨਚੀ ਨੇ ਭਾਈ ਗੁਰਦਾਸ ਜੀ ਨੂੰ ਰੁਪਏ ਗਿਣ ਕੇ ਦੇਣੇ ਸਨ ਤੇ ਰਸੀਦ ਲੈਣੀ ਸੀ। ਭਾਈ ਗੁਰਦਾਸ ਜੀ ਵੀ ਰਸੀਦ ਤਦੋਂ ਹੀ ਦੇ ਸਕਦੇ ਸਨ ਜੇ ਰੁਪਏ ਗਿਣ ਕੇ ਲੈਣ। ਇੱਕ ਇੱਕ ਥੈਲੀ ਵਿੱਚ ਆਮ ਤੌਰ 'ਤੇ 1000 ਰੁਪਇਆ ਪਾਈਦਾ ਹੈ। ਰੁਪਏ ਗਿਣਨ ਦੇ ਥਾਂ ਆਮ ਤੌਰ 'ਤੇ ਕੰਡੇ ਉੱਤੇ ਤੋਲ ਕੇ ਦਿੱਤੇ ਜਾਂਦੇ ਹਨ। ਜੇ ਭਾਈ ਗੁਰਦਾਸ ਜੀ ਨੇ ਨਾ ਗਿਣ ਕੇ ਲਏ ਹੋਣ, ਨਾ ਤੋਲ ਕੇ, ਤਾਂ ਵੀ ਥੈਲੀਆਂ ਚੁੱਕਣ ਵੇਲੇ ਰੁਪਇਆਂ ਦੀ ਛਣਕਾਰ ਦੱਸ ਦਿੰਦੀ ਹੈ ਕਿ ਥੈਲੀਆਂ ਵਿੱਚ ਰੁਪਏ ਹਨ। ਇਹ ਭੁਲੇਖਾ ਭਾਈ ਗੁਰਦਾਸ ਜੀ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਲੱਗ ਸਕਦਾ ਕਿ ਖਜ਼ਾਨਚੀ ਨੇ ਥੈਲੀਆਂ ਵਿੱਚ ਠੀਕਰੀਆਂ ਪਾ ਦਿੱਤੀਆਂ। ਤੰਬੂ ਡੇਰਾ। ਸਾਖੀਕਾਰ ਲਿਖਦਾ ਹੈ ਕਿ ਸਤਿਗੁਰ ਜੀ ਵੱਲੋਂ ਮੰਡੀ ਦਾ ਮੁੱਖ ਪ੍ਰਬੰਧਕ ਮੁਨਸ਼ੀ ਦੁਨੀ ਚੰਦ ਸੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਗੁਰਦਾਸ ਜੀ ਖਜ਼ਾਨਚੀ ਤੋਂ ਰੁਪਇਆ ਲੈ ਕੇ ਸੁਦਾਗਰਾਂ ਨੂੰ ਦੇਣ ਗਏ। ਪਰ ਸੁਦਾਗਰਾਂ ਨੂੰ ਕਿਉਂ? ਉਹਨਾਂ ਨੂੰ ਕੀ ਪਤਾ ਸੀ ਕਿ ਸੁਦਾਗਰ ਕਿਹੜੇ ਹਨ? ਸਿੱਧੀ ਵਿਹਾਰੀ ਗੱਲ ਇਹ ਸੀ ਕਿ ਭਾਈ ਗੁਰਦਾਸ ਜੀ ਨੇ ਰੁਪਏ ਮੰਡੀ ਦੇ ਮੁੱਖ ਪ੍ਰਬੰਧਕ ਮੁਨਸ਼ੀ ਦੁਨੀ ਚੰਦ ਨੂੰ ਦੇਣੇ ਸਨ। ਸਾਖੀਕਾਰ ਨੇ ਸਾਂਝ ਸਮਾਂ ਵਰਤਣ ਵਿੱਚ ਬੜੀ ਸਿਆਣਪ ਤੋਂ ਕੰਮ ਲਿਆ ਹੈ ਤਾਂ ਕਿ ਭਾਈ ਗੁਰਦਾਸ ਜੀ ਨੂੰ
ਰਾਤ ਦੇ ਹਨੇਰੇ ਵਿੱਚ ਖਿਸਕਣ ਦੀ ਗੁੰਜਾਇਸ਼ ਦਿੱਤੀ ਜਾ ਸਕੇ। ਪਰ ਫਿਰ ਵੀ ਕਹਾਣੀ ਅਜੇ ਕੱਚੇ ਪੈਰਾਂ 'ਤੇ ਹੀ ਹੈ। ਘੋੜਿਆਂ ਦੀ ਮੰਡੀ ਸ਼ਹਿਰੋਂ ਕਿਹੜੇ ਪਾਸੇ ਲੱਗੀ ਹੋਈ ਸੀ? ਹੁਣ ਤੱਕ ਤਾਂ ਕਿਲ੍ਹੇ ਦੇ ਸਾਹਮਣੇ ਸ਼ਹਿਰੋਂ ਲਾਹੌਰ ਵਾਲੇ ਪਾਸੇ ਲੱਗਦੀ ਰਹੀ ਹੈ। ਇਹੀ ਥਾਂ ਫੱਬਦਾ ਸੀ, ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲਾਹੌਰ ਸੀ। ਮੁਨਸ਼ੀ ਦੁਨੀ ਚੰਦ ਨੂੰ ਤੰਬੂ ਲਾਉਣ ਦੀ ਕਿਉਂ ਲੋੜ ਪਈ? ਤੰਬੂ ਤਾਂ ਉਹਨਾਂ ਨੂੰ ਚਾਹੀਦੇ ਸਨ ਜੋ ਦੂਰੋਂ ਆਏ, ਜਿਨ੍ਹਾਂ ਨੇ ਉਹਨਾਂ ਵਿੱਚ ਆਪਣਾ ਬਿਸਤਰਾ ਅਤੇ ਖਾਣ ਪਹਿਨਣ ਦਾ ਸਮਾਨ ਸਾਂਭ ਕੇ ਰੱਖਣਾ ਸੀ। ਸਥਾਨਕ ਵਪਾਰੀ ਤਾਂ ਸਵੇਰੇ ਘਰੋਂ ਗਿਆ, ਸ਼ਾਮ ਨੂੰ ਘਰ ਮੁੜ ਆਇਆ। ਜੇ ਉਸਨੇ ਸਾਰਾ ਦਿਨ ਕਿਸੇ ਇੱਕ ਥਾਂ ਟਿਕ ਕੇ ਵੀ ਵਪਾਰੀਆਂ ਨਾਲ ਗੱਲਬਾਤ ਕਰਨੀ ਹੋਵੇ ਤਾਂ ਵੀ ਉਸ ਨੂੰ ਤੰਬੂ ਦੀ ਲੋੜ ਨਹੀਂ ਪੈਂਦੀ। ਛੋਟਾ ਜਿਹਾ ਸ਼ਾਮਿਆਨਾ ਹੀ ਕੰਮ ਦੇ ਦਿੰਦਾ ਹੈ। ਪਰ ਤੰਬੂ ਤੋਂ ਬਿਨਾਂ ਭਾਈ ਗੁਰਦਾਸ ਜੀ ਨੂੰ ਚੋਰੀ ਨਸਾਉਣ ਦੀ ਵਿਉਂਤ ਕਿਵੇਂ ਬਣੇ? ਭਲਾ ਮੰਡੀ ਤਾਂ ਲੱਗੀ ਸ਼ਹਿਰੋਂ ਲਹਿੰਦੇ ਪਾਸੇ, ਤੇ ਭਾਈ ਗੁਰਦਾਸ ਜੀ ਨੇ ਨੱਸ ਕੇ ਜਾਣਾ ਸੀ ਸ਼ਹਿਰੋਂ ਚੜ੍ਹਦੇ ਵਾਲੇ ਪਾਸੇ। ਮੁਨਸ਼ੀ ਦੁਨੀ ਚੰਦ ਨੇ ਤੰਬੂ ਕਿੱਥੇ ਕੁ ਲਾਇਆ ਹੋਵੇਗਾ, ਜਿੱਥੋਂ ਪਾੜ ਕੇ ਖਿਸਕਣ ਲੱਗਿਆਂ ਕਿਸੇ ਦੇ ਨਜ਼ਰੀ ਨਾ ਪੈ ਜਾਣ। ਸਾਖੀਕਾਰ ਨੂੰ ਜੇ ਇਹ ਇਤਰਾਜ਼ ਸੁੱਝਦਾ ਤਾਂ ਲਿਖ ਦਿੰਦਾ ਕਿ ਮੁਨਸ਼ੀ ਦੁਨੀ ਚੰਦ ਦਾ ਤੰਬੂ ਮੰਡੀ ਤੋਂ ਲਾਂਭੇ ਲਹਿੰਦੇ ਵਾਲੇ ਪਾਸੇ ਇਕਲ ਵਾਂਝੇ ਲੱਗਾ ਹੋਇਆ ਸੀ। ਉਸ ਤੋਂ ਪਰੇ ਉਜਾੜ ਤੇ ਜੰਗਲ ਹੀ ਸੀ। ਰੁਪਏ ਗਿਣਨੇ। ਤੰਬੂ ਵਿੱਚ ਜਾ ਕੇ ਰੁਪਏ ਗਿਣਨ ਵਾਲੀ ਘਾੜਤ ਵੀ ਕਿਤਨੀ ਹੀ ਕੱਚੀ ਹੈ। ਅਜੇ ਹੁਣੇ ਤਾਂ ਰੁਪਏ ਗਿਣ ਕੇ ਲਿਆਂਦੇ ਸਨ। ਅੱਧੇ ਘੰਟੇ ਵਿੱਚ ਮੁੜ ਗਿਣਨ ਦੀ ਕੀ ਲੋੜ ਪੈ ਗਈ? ਖਜ਼ਾਨੇ ਦੀਆਂ ਥੈਲੀਆਂ ਦੇ ਰੁਪਇਆਂ ਦੀ ਗਿਣਤੀ ਤਾਂ ਸਦਾ ਬੱਝਵੀਂ ਹੁੰਦੀ ਹੈ। ਮੁੱਕਦੀ ਗੱਲ ਇਹ ਹੈ ਕਿ ਨਾਟਕ ਤਾਂ ਉਹੀ ਹੈ। ਥੈਲੀਆਂ ਦੇ ਰੁਪਏ ਠੀਕਰੀਆਂ ਦਿਸਣੀਆਂ, ਤੰਬੂ ਪਾੜਨਾ, ਪਿਛਵਾੜੇ ਰਸਤੇ ਭੱਜ ਕੇ ਕਾਂਛੀ ਅੱਪੜਨਾ। ਰੰਗ ਭੂਮੀ ਕਾਬਲ ਦੇ ਥਾਂ ਅੰਮ੍ਰਿਤਸਰ ਬਣਾਈ ਗਈ ਹੈ, ਪਰ ਇੱਥੇ ਇਸ ਕਲਾਕਾਰ ਤੋਂ ਨਾਟਕ ਠੀਕ ਰਸਿਆ ਨਹੀਂ ਹੈ। ਖਾਮੀਆਂ ਬਹੁਤ ਵਧੀਕ ਰਹਿ ਗਈਆਂ ਹਨ। ਕਹਾਣੀ ਕਿਵੇਂ ਬਣੀ? ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਭਾਈ ਸਾਹਿਬ ਜੀ ਦੀ ਹੇਠੀ ਕਰਨ ਵਾਲੀ ਇਹ ਕਹਾਣੀ ਬਣੀ ਕਿਵੇਂ? ਇਹਨਾਂ ਸਾਖੀਕਾਰਾਂ ਨੇ ਭਾਈ ਗੁਰਦਾਸ ਜੀ ਦੀ ਵਾਰ ਨੰਬਰ 35 ਦੀਆਂ ਅਖੀਰਲੀਆਂ 4 ਪੌੜੀਆਂ ਸਾਹਮਣੇ ਰੱਖ ਲਈਆਂ। ਇਸ ਵਾਰ ਵਿੱਚ ਕੁੱਲ 23 ਪੌੜੀਆਂ ਹਨ। ਪੌੜੀ ਨੰਬਰ 20 ਦੀ ਅਖੀਰਲੀ ਤੁਕ ਹੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਸ ਸਾਖੀ ਦਾ ਜਨਮਦਾਤਾ ਜ਼ਰੂਰ ਕੋਈ ਹੁਸ਼ਿਆਰ ਮਨੁੱਖ ਹੀ ਸੀ, ਤੇ ਹੈ ਸੀ ਵੀ ਸਿੱਖ ਧਰਮ ਦਾ ਪੱਕਾ ਵੈਰੀ। ਸਾਦਾ ਦਿਲ ਸਿੱਖਾਂ ਦਾ ਦ੍ਰਿਸ਼ਟੀਕੋਣ ਰਤਾ ਕੋ ਹੀ ਬਦਲਣ ਦੀ ਲੋੜ ਸੀ। ਸੋ ਇਹ ਖਿਆਲ ਚਲਾ ਦਿੱਤਾ ਕਿ ਇਸ ਤੁਕ ਤੋਂ ਇਉਂ ਜਾਪਦਾ ਹੈ ਜੋ ਭਾਈ ਗੁਰਦਾਸ ਜੀ ਨੂੰ ਆਪਣਾ ਪੱਕਾ ਸਿੱਖ ਹੋਣ ਦਾ ਮਾਣ ਹੋ ਗਿਆ ਸੀ। ਗੁਰੂ ਪਾਤਸ਼ਾਹ ਸਦਾ ਦਿਆਲ ਹਨ। ਉਹਨਾਂ ਆਪਣੇ ਨਿਕਟੀ ਸਿੱਖ ਦਾ ਇਹ ਭੁਲੇਖਾ ਕੱਢਣ ਲਈ ਘੋੜਿਆਂ ਦੇ ਵਪਾਰ ਦਾ ਸਾਂਗ ਵਰਤਾਇਆ। ਪਰ ਅਸਾਂ ਉੱਪਰਲੀ ਵਿਚਾਰ ਵਿੱਚ ਵੇਖ ਲਿਆ ਹੈ ਕਿ ਸਾਖੀ ਦਾ ਇੱਕ ਅੰਗ ਰੇਤ ਦੀ ਕੰਧ ਵਾਂਗ ਘਿਰ ਗਿਆ ਹੈ। ਵਾਰ ਦਾ ਅੰਦਰੂਨੀ ਮਜ਼ਮੂਨ। ਜਿਵੇਂ ਯੋਧਿਆਂ ਦੀਆਂ ਵਾਰਾਂ ਵਿੱਚ ਕਿਸੇ ਯੋਧੇ ਕਿਸੇ ਇੱਕੋ ਕਾਰਨਾਮੇ ਦੀ ਲੜੀਵਾਰ ਜ਼ਿਕਰ ਹੁੰਦਾ ਹੈ, ਤਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਵਿੱਚੋਂ ਹਰੇਕ ਵਾਰ ਦੀਆਂ ਪੌੜੀਆਂ ਵਿੱਚ ਲੜੀਵਾਰ ਵਿਸਥਾਰ ਹੈ। ਮਜ਼ਮੂਨ ਦੀ ਇਕਸਾਰਤਾ ਕਾਇਮ ਰੱਖਣ ਲਈ ਆਮ ਤੌਰ 'ਤੇ ਵਾਰ ਇੱਕੋ ਹੀ ਸਮੇਂ ਲਿਖੀ ਜਾਂਦੀ ਹੈ। ਵਾਰ ਨੰਬਰ 35। ਆਓ ਹੁਣ ਭਾਈ ਗੁਰਦਾਸ ਜੀ ਦੀ ਵਾਰ ਨੰਬਰ 35 ਨੂੰ ਗਹੁ ਨਾਲ ਵਿਚਾਰੀਏ ਤੇ ਵੇਖੀਏ ਕਿ ਇਹ ਗੁਰਮਤਿ ਨਾਲ ਕਿਵੇਂ ਮੇਲ ਖਾਂਦੀ ਹੈ। ਇਸ ਵਾਰ ਨੂੰ ਗਹੁ ਨਾਲ ਮੁੜ ਪੜ੍ਹ ਕੇ ਵੇਖੋ, ਤੁਸੀਂ ਇਸ ਨਤੀਜੇ ਤੇ ਪਹੁੰਚ ਜਾਓਗੇ ਕਿ ਇੱਥੇ ਭਾਈ ਗੁਰਦਾਸ ਜੀ ਨੇ ਆਤਮਿਕ ਜੀਵਨ ਦੇ ਰਾਹ ਵਿੱਚ ਆਉਣ ਵਾਲੇ ਠੇਡੇ ਬਿਆਨ ਕੀਤੇ ਹਨ। ਭਾਈ ਸਾਹਿਬ ਇਸ ਵਾਰ ਦੀਆਂ 23 ਪੌੜੀਆਂ ਦੀ ਰਾਹੀਂ ਉਹ 5 ਭਾਰੀਆਂ ਰੋਕਾਂ ਦੱਸਦੇ ਹਨ ਜੋ ਆਤਮ ਜੀਵਨ ਦੇ ਰਸਤੇ ਵਿੱਚ ਆਉਂਦੀਆਂ ਹਨ। ਨੰਬਰ 1, ਐਬ ਜੋਈ ਨਿੰਦਿਆ। ਪੌੜੀ ਨੰਬਰ 1 ਤੋਂ 7 ਤੱਕ ਕੁੱਲ 7 ਪੌੜੀਆਂ। ਨੰਬਰ 2, ਨਾ ਸ਼ੁਕਰਾਪਨ। ਪੌੜੀ ਨੰਬਰ 8 ਤੋਂ 11 ਤੱਕ 4 ਪੌੜੀਆਂ। ਨੰਬਰ 3, ਮੁਫਤਖੋਰੀ। ਪੌੜੀ ਨੰਬਰ 12 ਤੋਂ 16 ਤੱਕ 5 ਪੌੜੀਆਂ। ਨੰਬਰ 4, ਵਿਖਾਵਾ। ਪੌੜੀ ਨੰਬਰ 17 ਤੋਂ 19 ਤੱਕ 3 ਪੌੜੀਆਂ। ਨੰਬਰ 5, ਦੁਨੀਆ ਦਾ ਲਾਲਚ। ਪੌੜੀ ਨੰਬਰ 20 ਤੋਂ 23 ਤੱਕ 4 ਪੌੜੀਆਂ। ਸਾਂਗ। ਜਗਤ ਇੱਕ ਤਮਾਸ਼ਾ ਹੈ, ਇੱਕ ਖੇਡ ਹੈ, ਪ੍ਰਭੂ ਬਾਜੀਗਰ ਦਾ ਇੱਕ ਸਾਂਗ ਹੈ। ਇਹ ਖਿਆਲ ਗੁਰਬਾਣੀ ਵਿੱਚ ਅਨੇਕਾਂ ਵਾਰੀ ਲਿਖਿਆ ਮਿਲਦਾ ਹੈ। ਵੰਨਗੀ ਵਜੋਂ ਭਾਗੂੜਾ। ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ। ਬਾਜੀਗਰ ਸੁਆਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਸੋਠ ਕਬੀਰ ਜੀ।
भागैड़ा बाजीगर जैसे बाजी पाई, नाना रूप पेख दिखलाई, सांग उतार थमियो पसारा, तब एक ਏਕੰਕਾਰ। ਸੂਹੀ ਮਹੱਲਾ ਪੰਜਵਾਂ। ਇਹ ਖਿਆਲ ਵੀ ਕਈ ਥਾਈਂ ਮਿਲਦਾ ਹੈ ਕਿ ਜਗਤ ਇੱਕ ਅਖਾੜਾ ਹੈ ਜਿੱਥੇ ਜੀਵ ਪਹਿਲਵਾਨ ਵਿਕਾਰਾਂ ਨਾਲ ਘੋਲ ਕਰ ਰਹੇ ਹਨ ਵੰਨਗੀ ਵਜੋਂ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਈ ਬੈਠਾ ਵੇਖੇ ਆਪ ਜੀਓ, ਵਾਤ ਵੱਜਣ ਟੰਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਪਰ ਇਹ ਵਿਕਾਰ ਵੀ ਪ੍ਰਭੂ ਦੀ ਰਚਨਾ ਹੀ ਹਨ, ਪ੍ਰਭੂ ਦਾ ਸਾਂਗ ਹੀ ਹੈ। ਮਾਇਆ ਮੋਹ ਮੇਰਾ ਪ੍ਰਭ ਕੀਨਾ, ਆਪੇ ਭਰਮ ਭੁਲਾਏ। ਸ੍ਰੀ ਰਾਗ ਮਹੱਲਾ ਤੀਜਾ। ਸਿੱਖ ਦਾ ਕਰਤੱਵ। ਇਸ ਜਗਤ ਅਖਾੜੇ ਵਿੱਚ ਸਿੱਖ ਨੇ ਮਾਇਆ ਦੇ ਇਹਨਾਂ ਕਾਮਾਦਿਕ ਬਲੀ ਸੂਰਮਿਆਂ ਦਾ ਟਾਕਰਾ ਕਰਨਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨੁਸ ਭਾਗੋ। ਗੌੜੀ ਮਹੱਲਾ ਨਾਵਾਂ। ਪਰ ਇਹ ਖੇਡ ਕੋਈ ਸੌਖੀ ਖੇਡ ਨਹੀਂ ਹੈ, ਜਨ ਨਾਨਕ ਇਹ ਖੇਡ ਕਠਨ ਹੈ। ਗੌੜੀ ਮਹੱਲਾ ਨਾਵਾਂ। ਕਿਉਂਕਿ ਮਨੁੱਖ ਨੇ ਜਿਨ੍ਹਾਂ ਵਿਕਾਰਾਂ ਦਾ ਟਾਕਰਾ ਕਰਨਾ ਹੈ, ਉਹ ਵਿਕਾਰ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹੋਏ ਹਨ। ਜਿਸ ਸਾਂਗ ਵਿੱਚ ਸਿੱਖ ਨੇ ਪੂਰਾ ਉਤਰਨ ਦਾ ਯਤਨ ਕਰਨਾ ਹੈ, ਉਹ ਸਾਂਗ ਗੁਰੂ ਪਰਮਾਤਮਾ ਦਾ ਆਪਣਾ ਰਚਿਆ ਹੋਇਆ ਹੈ। ਸੋ ਇਸ ਸਾਂਗ ਵਿੱਚ ਪੂਰਾ ਉਤਰਨ ਦਾ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਇਹ ਹੈ ਕਿ ਜਿਸ ਦੀ ਬਣਾਈ ਇਹ ਪ੍ਰਬਲ ਮਾਇਆ ਹੈ, ਮਨੁੱਖ ਉਸੇ ਦਾ ਆਸਰਾ ਲਏ, ਸਦਾ ਉਸੇ ਦੇ ਦਰ 'ਤੇ ਅਰਦਾਸ ਕਰਦਾ ਰਹੇ। ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਗੁਰਮਤਿ ਦਾ ਇਹੀ ਸਿਧਾਂਤ ਭਾਈ ਗੁਰਦਾਸ ਜੀ ਨੇ ਵਾਰ ਨੰਬਰ 35 ਦੀਆਂ ਅਖੀਰਲੀਆਂ 4 ਪੌੜੀਆਂ ਵਿੱਚ ਦਰਸਾਇਆ ਹੈ। ਭਾਈ ਗੁਰਦਾਸ ਦਾ ਸਿਧਾਂਤ। ਅਸੀਂ ਪਿੱਛੇ ਵਿਚਾਰ ਕਰ ਆਏ ਹਾਂ ਕਿ ਵਾਰ ਦਾ ਸਾਰਾ ਮਜ਼ਮੂਨ ਲੜੀਵਾਰ ਹੁੰਦਾ ਹੈ। ਹਰੇਕ ਸ਼ਬਦ ਦਾ ਮਜ਼ਮੂਨ ਵੀ ਮਿਲਵਾਂ ਹੀ ਹੁੰਦਾ ਹੈ। ਜੇ ਤੁਸੀਂ ਕਿਸੇ ਸ਼ਬਦ ਵਿੱਚੋਂ ਕੋਈ ਇੱਕ ਅੱਧ ਤੁਕ ਵੱਖਰੀ ਕਰਕੇ ਪੜ੍ਹੋ ਵਿਚਾਰੋਗੇ ਤਾਂ ਕਈ ਵਾਰ ਟਪਲਾ ਖਾ ਜਾਓਗੇ। ਭਾਈ ਗੁਰਦਾਸ ਜੀ ਦੀਆਂ ਅਖੀਰਲੀਆਂ 4 ਪੌੜੀ ਦੀਆਂ ਅਖੀਰਲੀਆਂ 4 ਤੁਕਾਂ ਇਉਂ ਹਨ। ਨੰਬਰ 1, ਜੇ ਗੁਰ ਸਾਂਗ ਵਰਤਦਾ, ਸਿੱਖ ਸਿਦਕ ਨਾ ਹਾਰੇ। ਨੰਬਰ 2, ਸਾਂਗੇ ਅੰਦਰ ਸਾਬਤੇ, ਸੇ ਵਿਰਲੇ ਬੰਦੇ। ਨੰਬਰ 3, ਜੇ ਗੁਰ ਪਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰਾ। ਅਤੇ ਨੰਬਰ 4, ਸਾਂਗੇ ਅੰਦਰ ਸਾਬਤਾ, ਜਿਸ ਗੁਰੂ ਸਹਾਏ। ਇਹਨਾਂ ਦਾ ਮਿਲਵਾਂ ਭਾਵ। ਇਸ ਜਗਤ ਖੇਡ ਵਿੱਚ, ਇਸ ਜਗਤ ਅਖਾੜੇ ਵਿੱਚ, ਇਸ ਜਗਤ ਰਣ ਭੂਮੀ ਵਿੱਚ ਹਰੇਕ ਗੁਰਸਿੱਖ ਦਾ ਇਹ ਕਰਤੱਵ ਹੋਣਾ ਚਾਹੀਦਾ ਹੈ ਕਿ ਉਹ ਵਿਕਾਰਾਂ ਦਾ ਟਾਕਰਾ ਕਰੇ। ਪਰ ਇਹ ਕਰਤੱਵ ਕੋਈ ਸੌਖੀ ਖੇਡ ਨਹੀਂ ਹੈ। ਕੋਈ ਵਿਰਲੇ ਬੰਦੇ ਕਾਮਯਾਬ ਹੁੰਦੇ ਹਨ, ਕਿਉਂਕਿ ਮਾਇਆ ਦਾ ਰਚਨਹਾਰ ਵੀ ਪ੍ਰਭੂ ਆਪ ਹੀ ਹੈ ਅਤੇ ਜੀਵਾਂ ਨੂੰ ਮਾਇਆ ਦੇ ਪੰਜੇ ਵਿੱਚ ਫਸਾਉਣ ਵਾਲਾ ਵੀ ਆਪ ਹੀ ਹੈ। ਸੋ ਇਹਨਾਂ ਦੀ ਮਾਰ ਤੋਂ ਬਚਣ ਦਾ ਸੌਖਾ ਤਰੀਕਾ ਇਹ ਹੈ ਕਿ ਜਿਸ ਨੇ ਮਾਇਆ ਰਚੀ ਹੈ, ਮਨੁੱਖ ਆਪਣੀ ਸਿਆਣਪ ਚਤੁਰਾਈ ਛੱਡ ਕੇ ਉਸੇ ਦਾ ਆਸਰਾ ਲਏ। ਹੂ ਬਹੂ ਇਹੀ ਖਿਆਲ ਭਾਈ ਗੁਰਦਾਸ ਜੀ ਨੇ ਇਸੇ ਹੀ ਤਰਤੀਬ ਵਿੱਚ ਵਾਰ ਨੰਬਰ 13 ਵਿੱਚ ਦਿੱਤਾ ਹੈ। ਪਾਠਕਾਂ ਦੀ ਦਿਲਚਸਪੀ ਲਈ ਉਹ ਅਸਲ ਤੁਕਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਨੰਬਰ 1, ਗੁਰਮੁਖ ਮਾਰਗ ਚੱਲਣਾ, ਛੱਡ ਖੱਬੇ ਸੱਜੇ। ਪੌੜੀ ਨੰਬਰ 15। ਨੰਬਰ 2, ਵਿਰਲਾ ਹੀ ਠਹਿਰਾਮ ਦਾ, ਦਰਗਾਹ ਗੁਰਪੀਰਾ। ਨੰਬਰ 3, ਮਾਰਗ ਖੰਡੇ ਧਾਰ ਹੈ, ਭਵਜਲ ਭਰਨ ਵਾਲਾ, ਵਾਲੋਂ ਨਿੱਕਾ ਆਖੀਏ, ਗੁਰਪੰਥ ਨਿਰਾਲਾ, ਹਉਮੈ ਬੱਜਰ ਭਾਰ ਹੈ, ਦੁਰਮਤ ਦੁਰਾਲਾ। ਇਸ ਵਾਸਤੇ ਨੰਬਰ 4, ਗੁਰਮਤਿ ਆਪ ਗਵਾਏ ਕੈ, ਸਿੱਖ ਜਾਏ ਸੁਖਾਲਾ। ਇਸ ਮਨ ਘੜਤ ਕਹਾਣੀ ਦਾ ਪਿਛੋਕੜ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਕਰੋੜਾਂ ਬੰਦਿਆਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਦਾ ਬੀੜਾ ਚੁੱਕਿਆ, ਜਿਨ੍ਹਾਂ ਨੂੰ ਉੱਚ ਜਾਤੀਏ ਲੋਕਾਂ ਨੇ ਸ਼ੂਦਰ ਆਖ ਕੇ ਸਦੀਆਂ ਤੋਂ ਪੈਰਾਂ ਹੇਠ ਲਤਾੜਿਆ ਹੋਇਆ ਸੀ। ਹਾਕਮ ਜਮਾਤਾਂ ਦੀ ਹਮਦਰਦੀ ਵੀ ਉੱਚ ਜਾਤੀਏ ਲੋਕਾਂ ਨਾਲ ਹੀ ਹੋਣੀ ਕੁਦਰਤੀ ਗੱਲ ਸੀ। ਗਰੀਬ ਨੂੰ ਲਤਾੜ ਰੱਖਣ ਦੀ ਨੀਤੀ ਨੂੰ ਜਿਉਂਦੇ ਰੱਖਣ ਲਈ ਇਹਨਾਂ ਜਮਾਤਾਂ ਦਾ ਗੱਠ ਜੋੜ ਵੀ ਕੁਦਰਤੀ ਗੱਲ ਸੀ। ਗੁਰੂ ਨਾਨਕ ਪਾਤਸ਼ਾਹ ਦੀ ਪੈਦਾ ਕੀਤੀ ਅਗਾਂਹ ਵਧੂ ਤਾਕਤ ਨੂੰ ਕੁਚਲਣ ਲਈ ਤਲਵਾਰ ਵਰਤੀ ਗਈ, ਰੱਜ ਕੇ ਵਰਤੀ ਗਈ। ਪਰ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
ਤਲਵਾਰ ਕਾਮਯਾਬ ਨਾ ਹੋਈ। ਗੁਰੂ ਘਰ ਨੂੰ ਪਾੜ ਕੇ ਜ਼ਗੀਰਾਂ ਵੀ ਵੰਡੀਆਂ ਗਈਆਂ। ਇਸ ਤਰ੍ਹਾਂ ਵੀ ਮਨ ਭਾਉਂਦੀ ਸਫਲਤਾ ਨਾ ਹੋ ਸਕੀ। ਤਲਵਾਰ ਨਾਲੋਂ ਵੀ ਖਤਰਨਾਕ ਹਥਿਆਰ ਵਰਤਿਆ ਗਿਆ। ਉਹ ਸੀ ਸਿੱਖ ਧਰਮ ਤੇ ਸਿੱਖ ਇਤਿਹਾਸ ਦੇ ਵਿਰੁੱਧ ਅੰਦਰੋਂ ਅੰਦਰ ਝੂਠਾ ਤੇ ਵਿਹੁਲਾ ਪ੍ਰਚਾਰ। ਅੱਖਾਂ ਖੋਲ੍ਹ ਕੇ ਇਤਿਹਾਸ ਨੂੰ ਪੜ੍ਹਨ ਵਾਲਿਆਂ ਤੋਂ ਉਹ ਲੁਕ ਨਹੀਂ ਸਕਦਾ ਸੀ, ਪਰ ਫਿਰ ਵੀ ਵੈਰੀਆਂ ਦੀ ਇਹ ਲੁਕਵੀਂ ਚੋਟ ਕਾਫੀ ਹੱਦ ਤੱਕ ਉਹਨਾਂ ਲਈ ਕਾਮਯਾਬ ਰਹੀ ਹੈ। ਆਪਣੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਇਸ ਵਿੱਚ ਅਨੇਕਾਂ ਐਸੀਆਂ ਗੱਲਾਂ ਗੁਰੂ ਸ਼ਾਨ ਦੇ ਵਿਰੁੱਧ ਦਰਜ ਚਲੀਆਂ ਆ ਰਹੀਆਂ ਹਨ ਜੋ ਸਿਦਕੀ ਹਿਰਦਿਆਂ ਲਈ ਅਸਹਿ ਹਨ। ਕੌਣ ਨਹੀਂ ਜਾਣਦਾ ਕਿ ਸਿੱਖ ਧਰਮ ਦੇ ਆਕਾਸ਼ ਵਿੱਚ ਭਾਈ ਗੁਰਦਾਸ ਜੀ ਇੱਕ ਬੇਹੱਦ ਰੌਸ਼ਨ ਸਿਤਾਰਾ ਹਨ। ਉਹਨਾਂ ਦੀ ਜ਼ਬਰਦਸਤ ਲੇਖਣੀ ਰਹਿੰਦੀ ਦੁਨੀਆ ਤੱਕ ਸਿੱਖ ਹਿਰਦਿਆਂ ਨੂੰ ਗੁਰੂ ਚਰਨਾਂ ਨਾਲ ਜੋੜਦੀ ਰਹੇਗੀ ਤੇ ਸੀਨੇ ਵਿੰਨ੍ਹਦੀ ਰਹੇਗੀ। ਉਹਨਾਂ ਦੀ ਉਸ ਲੇਖਣੀ ਦਾ ਬਲ ਕਮਜ਼ੋਰ ਕਰਨ ਲਈ ਜ਼ਰੂਰੀ ਸੀ ਕਿ ਕੋਈ ਗੁੱਝੀ ਚੋਟ ਲਾਈ ਜਾਵੇ। ਵੈਰੀ ਦੀ ਉਸ ਚੋਟ ਨੂੰ ਨਾ ਸਮਝਦੇ ਹੋਏ ਅਸੀਂ ਹੁਣ ਤੱਕ ਭਾਈ ਗੁਰਦਾਸ ਜੀ ਦੀ ਨਰਾਦਰੀ ਫਖਰ ਨਾਲ ਕਰਦੇ ਆ ਰਹੇ ਹਨ, ਪਰ ਹੁਣ ਸੰਭਲਣ ਦਾ ਵੇਲਾ ਹੈ। ਕਿਤਾਬ ਸਿੱਖ ਸਿਦਕ ਨਾ ਹਾਰੇ, ਭਾਗ ਪਹਿਲਾ, ਲੇਖਕ ਪ੍ਰੋਫੈਸਰ ਸਾਹਿਬ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।